ਇੱਕ ਹੋਰ ਵੀਡੀਓ, ਇੱਕ ਹੋਰ ਰਿਪੋਰਟ ਲੈ ਕੇ YouTube ਚੈਨਲ ਰਿਤੇਸ਼ ਲੱਖੀ ਅਨਪਲੱਗ ਤੇ ਇੱਕ ਵਾਰ ਫੇਰ ਹਾਜ਼ਰ ਹਾਂ। ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਕੋਟਕਪੂਰਾ ਗੋਲੀ ਕਾਂਡ ਦੇ ਉੱਤੇ ਗੱਲ ਕਰਾਂਗਾ। ਇਸ ਮੁੱਦੇ ਉੱਤੇ ਪਹਿਲਾਂ ਵੀ ਬਹੁਤ ਡਿਟੇਲ 'ਚ ਗੱਲਬਾਤ ਹੋਈ ਹੈ। ਉਸ ਜਜਮੈਂਟ ਨੂੰ ਮੈਂ ਬਹੁਤ ਕ੍ਰਿਟੀਕਲੀ ਐਨਾਲਾਈਜ਼ ਕੀਤਾ ਹੈ। ਜਜਮੈਂਟਸ ਦੇ ਵਿੱਚ ਕਿਹੜੇ ਨੁਕਸ ਹੈਗੇ ਨੇ ਉਹਨਾਂ ਨੂੰ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੁੰਵਰ ਵਿਜੇ ਪ੍ਰਤਾਪ ਹੋਣਾ ਦੀ ਜਿਹੜੀ ਪੜਤਾਲ ਹੈਗੀ ਹੈ ਉਹਦੇ ਵਿੱਚ ਕੀ ਕਮੀਆਂ ਖਾਮੀਆਂ ਰਹੀਆਂ ਉਸ ਨੂੰ ਘੋਖਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦਾ ਕਾਫੀ ਹੱਦ ਤੱਕ ਕ੍ਰਿਟਿਸਿਜ਼ਮ ਹੋ ਰਿਹਾ ਹੈ ਜੋ ਕਿ ਸਿਰ ਮੱਥੇ ਤੇ ਹੈ। ਇਸ ਦੇ ਨਾਲ ਹੀ ਹੋਰ ਕੁਝ ਐਸਪੈਕਟਸ ਨੇ ਜੋ ਕਿ ਗੋਲੀकांड ਨੂੰ ਲੈ ਕੇ, ਗੋਲੀकांड ਦੀਆਂ ਦੋ ਅਲੱਗ-ਅਲੱਗ ਘਟਨਾਵਾਂ, ਇੱਕ ਕੋਟਕਪੂਰਾ ਚੌਂਕ ਦੇ ਵਿੱਚ ਗੋਲੀ ਚੱਲਦੀ ਹੈ ਤੇ ਇੱਕ ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲਦੀ ਹੈ। ਇਹ ਦੋਵੇਂ ਘਟਨਾਵਾਂ 14 ਅਕਤੂਬਰ ਦੀ ਸਵੇਰ ਦੀ ਤੜਕੇ ਸਵੇਰ ਦੀਆਂ ਹੁੰਦੀਆਂ ਨੇ ਸਾਲ 2015। ਬੇਅਦਬੀ ਦੀ ਘਟਨਾਵਾਂ ਤੋਂ ਬਾਅਦ ਜਿਹੜਾ ਰੋਸ ਮੁਜ਼ਾਹਰਾ ਕੋਟਕਪੂਰਾ ਚੌਂਕ ਤੇ ਜਿਹੜੀ ਸਿੱਖ ਜਥੇਬੰਦੀਆਂ, ਪੰਥਕ ਜਿਹੜੇ ਦਲ ਹੁੰਦੇ ਨੇ ਉਹ ਇਕੱਠੇ ਹੋਏ ਹੁੰਦੇ ਨੇ, ਉਹਨਾਂ ਨੂੰ ਤਿੱਤਰ ਬਿੱਤਰ ਕਰਨ ਲਈ ਜਾਂ ਉਸ ਚੌਂਕ ਨੂੰ ਖਾਲੀ ਕਰਾਏ ਜਾਣ ਨੂੰ ਲੈ ਕੇ ਜੋ ਕੁਝ ਹੁੰਦਾ ਹੈ ਉਹ ਕੋਟਕਪੂਰਾ ਦੀ ਘਟਨਾ ਹੈ। ਤੇ ਕੋਟਕਪੂਰਾ ਘਟਨਾ ਉੱਤੇ ਇਸ ਵੀਡੀਓ ਨੂੰ ਬਣਾਏ ਜਾਣ ਦਾ ਮਕਸਦ ਸਿਰਫ ਇਹੀ ਹੈ ਕਿ ਅਸੀਂ ਪੂਰੀ ਤਰੀਕੇ ਨਾਲ ਸਮਝ ਪਾਈਏ ਕਿ ਆਖਿਰ ਇਹ ਜਿਹੜੀ ਘਟਨਾ ਸੀ ਇਸ ਦੇ ਵਿੱਚ ਦੋ ਵੱਖ-ਵੱਖ ਵਿਊਜ਼ ਹੈਗੇ ਨੇ, ਕਿਉਂਕਿ ਇਹ ਅੱਜ ਉਹ ਅਹਿਮ ਘਟਨਾ ਬਣ ਗਈ ਜਿਸ ਦੀ ਮਾਮਲੇ ਦੀ ਚਾਰਾਜ਼ੋਈ ਨੂੰ ਲੈ ਕੇ ਇੱਕ ਜਿਹੜਾ ਅਕਿਊਜ਼ਡ ਮਾਮਲੇ ਦਾ ਬਾਅਦ ਵਿੱਚ ਬਣਾਇਆ ਗਿਆ ਗੁਰਦੀਪ ਸਿੰਘ ਪੰਡੇਰ, ਜੋ ਕਿ ਇੱਕ ਪੁਲਿਸ ਦਾ ਥਾਣੇਦਾਰ ਸੀਗਾ ਕੋਟਕਪੂਰੇ ਥਾਣੇ ਦਾ, ਉਸ ਮਾਮਲੇ ਦੇ ਵਿੱਚ, ਉਸ ਪਟੀਸ਼ਨ ਦੇ ਵਿੱਚ ਇਹ ਪੂਰਾ ਦਾ ਪੂਰਾ ਕੇਸ ਗਿਰ ਗਿਆ। ਇੱਕ ਸਿੱਟ ਗਿਰ ਗਈ ਤੇ ਕੁੰਵਰ ਵਿਜੇ ਪ੍ਰਤਾਪ ਨੂੰ ਸਿੱਟ ਤੋਂ ਬਾਹਰ ਕਰਤਾ ਗਿਆ, ਨਵੀਂ ਸਿੱਟ ਬਣਾਤੀ ਗਈ। ਤੇ ਆਖਿਰ ਕੋਟਕਪੂਰਾ ਘਟਨਾ ਸੀ ਕਿ ਸਭ ਨੇ ਉਸ ਨੂੰ ਦੇਖਿਆ, ਸਮਝਣ ਦੀ ਕੋਸ਼ਿਸ਼ ਕੀਤੀ, ਲੇਕਿਨ ਅੱਜ ਥੋੜ੍ਹਾ ਜਿਹਾ ਇਹਨੂੰ ਬਾਰੀਕੀ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਮੈਂ ਇਸ ਪੂਰੀ ਗੱਲਬਾਤ ਨੂੰ ਇੱਕ ਨਵੇਂ ਐਂਗਲ ਤੋਂ ਚੁੱਕਣ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਲਗਭਗ 2-1 ਦਿਨ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਤੇ ਜੋ ਉਸ ਵਕਤ ਸੂਬੇ ਦੇ ਡਿਪਟੀ ਸੀਐਮ ਹੋਇਆ ਕਰਦੇ ਸੀ ਸੁਖਬੀਰ ਬਾਦਲ, ਉਹਨਾਂ ਨੇ ਇੱਕ ਬਿਆਨ ਬਹੁਤ ਅਹਿਮ ਜਾਰੀ ਕੀਤਾ। ਤੇ ਬਹੁਤ ਐਸੇ ਘੱਟ ਬਿਆਨ ਮੈਂ ਪਿਛਲੇ ਕਰੀਬਨ 6 ਸਾਲਾਂ ਦੇ ਵਿੱਚ ਬੇਅਦਬੀ ਦੇ ਮੁੱਦਿਆਂ ਉੱਤੇ ਜਾਂ ਗੋਲੀकांड ਦੇ ਜਿਹੜੇ ਮਾਮਲੇ ਵੱਖ-ਵੱਖ ਦਰਜ ਹੋਏ ਨੇ, ਇਹਨਾਂ ਮੁੱਦਿਆਂ ਉੱਤੇ ਸੁਖਬੀਰ ਬਾਦਲ ਦੇ ਮੂੰਹੋਂ ਮੈਂ ਬਹੁਤ ਘੱਟ ਬਿਆਨ ਸੁਣੇ ਨੇ। ਇੱਕ ਮੌਕਾ ਮੈਨੂੰ ਵੀ ਮਿਲਿਆ ਸੀ ਜਦੋਂ ਮੈਂ ਪਹਿਲੀ ਵਾਰ ਉਹਨਾਂ ਤੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਾਰੇ ਇੱਕ ਇੰਟਰਵਿਊ ਦੇ ਵਿੱਚ ਪੁੱਛਿਆ ਸੀ, ਤਾਂ ਉਹਨਾਂ ਨੇ ਉਸ ਵਕਤ ਉਹ ਮਾਹੌਲ ਇੱਕ ਵੱਖਰਾ ਸੀਗਾ ਤੇ ਉਸ ਵਕਤ ਉਹਨਾਂ ਨੇ ਉਸ ਚੀਜ਼ ਦਾ ਜਵਾਬ ਦਿੱਤਾ। ਜ਼ਿਆਦਾ ਕੰਫਰਟੇਬਲ ਸੁਖਬੀਰ ਬਾਦਲ ਨਹੀਂ ਸੀ ਉਸ ਸਵਾਲ ਉੱਤੇ, ਕਿਉਂਕਿ ਜਸਟਿਸ ਰਣਜੀਤ ਸਿੰਘ ਦੇ ਬਾਰੇ ਉਹਨਾਂ ਨੇ ਕਈ ਕਿਸਮ ਦੀਆਂ ਟਿੱਪਣੀਆਂ ਪਹਿਲਾਂ ਹੀ ਮੀਡੀਆ 'ਚ ਕੀਤੀਆਂ ਸੀ, ਲੇਕਿਨ ਉਹ ਇਸ ਕਮਿਸ਼ਨ ਨੂੰ ਗਲਤ ਮੰਨ ਰਹੇ ਸੀ। ਉਸ ਵਕਤ ਇਹ ਕਮਿਸ਼ਨ ਨਵਾਂ ਬਣਿਆ ਸੀ, ਮੈਂ ਸਾਲ 2018 ਦੇ ਆਸ-ਪਾਸ ਦੀ ਗੱਲ ਕਰ ਰਹੇ ਹਾਂ, 17 ਜਾਂ 18 ਦੇ ਆਸ-ਪਾਸ ਦੀ ਗੱਲ ਕਰ ਰਹੇ ਹਾਂ। ਲੇਕਿਨ ਸੁਖਬੀਰ ਬਾਦਲ ਦਾ ਇਸ ਮੁੱਦੇ ਉੱਤੇ ਗੱਲ ਕਰਨਾ ਤੇ ਇਹ ਕਹਿ ਦੇਣਾ ਵੀ ਜੇ ਕਿਸੇ ਕੋਲ ਸਾਡੇ ਖਿਲਾਫ ਕੋਈ ਸਬੂਤ ਨੇ, ਤੇ ਉਹਨਾਂ ਨੇ ਸਿੱਧਾ ਚੁਣੌਤੀ ਦਿੱਤੀ ਨਵਜੋਤ ਸਿੰਘ ਸਿੱਧੂ ਤੇ ਹੋਰ ਲੋਕਾਂ ਨੂੰ ਵੀ ਮੇਰੇ ਖਿਲਾਫ ਜੇ ਸਬੂਤ ਨੇ ਤਾਂ ਸਾਹਮਣੇ ਲਿਆਓ, ਤੇ ਮੈਂ ਵੀ ਦੇਖਣਾ ਚਾਹੁੰਦਾ ਵੀ ਕਿਹੜੇ ਸਬੂਤ ਹੈ ਜਿਨ੍ਹਾਂ ਦਾ ਰੌਲਾ ਪਿਛਲੇ ਕਈ ਸਾਲਾਂ ਤੋਂ ਪਾਇਆ ਜਾ ਰਿਹਾ ਹੈ। ਤੇ ਨਵਜੋਤ ਸਿੰਘ ਸਿੱਧੂ ਹੋਣਾ ਨੇ ਇੱਕ ਆਪਣੇ ਟਵਿੱਟਰ ਦੇ ਮਾਧਿਅਮ ਤੋਂ ਉਹ ਆਪਣੀ ਫੁਟੇਜ ਜਾਰੀ ਕੀਤੀ, ਕੁਝ ਜਿਹੜੇ CCTV ਕੈਮਰੇ ਜੋ ਕਿ ਉਸ ਵਕਤ ਜਦੋਂ ਇਹ ਘਟਨਾ ਹੁੰਦੀ ਹੈ 14 ਅਕਤੂਬਰ 2015 ਦੀ, ਉਸ ਕੋਟਕਪੂਰਾ ਚੌਂਕ ਦੇ ਅਲੱਗ-ਅਲੱਗ ਪਾਸਿਓਂ ਤੋਂ ਲਗਭਗ 4 ਐਸੇ CCTV ਕੈਮਰਾ ਸਨ ਜੋ ਲੱਗੇ ਹੋਏ ਸਨ, ਕਿਉਂਕਿ ਚੌਂਕ ਦੀ ਜਿਹੜੀ ਸਰਵੇਲਾਂਸ ਸੀਗੀ ਉਹ ਉਹਨਾਂ ਕੈਮਰਿਆਂ ਦੇ ਜ਼ਰੀਏ ਹੋ ਰਹੀ ਸੀ। ਤੇ ਉਸ ਫੁਟੇਜ ਨੂੰ ਨਵਜੋਤ ਸਿੰਘ ਸਿੱਧੂ ਨੇ ਜਨਤਾ ਦੇ ਸਾਹਮਣੇ ਇੱਕ ਵਾਰ ਦੁਬਾਰਾ ਲਿਆਂਦਾ। ਉਸ ਤੋਂ ਪਹਿਲਾਂ 2018 ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਇਸ ਜਿਹੜੀ ਫੁਟੇਜ ਸੀ ਉਸ ਨੂੰ ਰਿਲੀਜ਼ ਕੀਤਾ ਸੀ, ਯਾਨੀ ਕਿ CCTV ਕੈਮਰੇਜ਼ ਦੀ ਫੁਟੇਜ। ਤੇ ਇਹ ਜਿਹੜੀ CCTV ਕੈਮਰਿਆਂ ਦੀ ਜਿਹੜੀ ਫੁਟੇਜ ਕੋਟਕਪੂਰੇ ਦੇ ਚੌਂਕ ਦੀ ਹੈਗੀ, ਇਹ ਕਾਫੀ ਮਹੱਤਵਪੂਰਨ ਇਸ ਵਾਸਤੇ ਸੀ ਕਿਉਂਕਿ ਬਹੁਤ ਸੇ ਸਾਲ 2015 14 ਅਕਤੂਬਰ 2015 ਤੋਂ ਬਾਅਦ ਤਮਾਮ ਸਾਲ 2018 ਤੱਕ ਇਸ ਪੂਰੀ ਫੁਟੇਜ ਦੇ ਬਾਰੇ ਕੋਈ ਜਾਣਕਾਰੀ ਜਿਹੜੀ ਸੀ ਉਹ ਹਾਸਲ ਨਹੀਂ ਸੀ। ਈਵਨ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣ ਜਾਂਦਾ ਹੈ ਤਾਂ ਉਹ ਜਿਹੜੇ 4 CCTV ਕੈਮਰੇ ਸੀਗੇ ਕੋਟਕਪੂਰਾ ਚੌਂਕ ਦੇ, ਉਹ CCTV ਕੈਮਰਿਆਂ ਨੂੰ ਗਾਇਬ ਕਰਤਾ ਗਿਆ। ਉਹਨਾਂ ਦੇ ਜਿਹੜੇ DVR ਸਨ ਜਾਂ ਜਿਹੜੀ ਫੁਟੇਜਿਸ ਸਨ ਕੈਮਰਿਆਂ ਨੂੰ ਉੱਥੋਂ ਹਲਾਤਾ ਗਿਆ, ਉਹਨਾਂ ਨੂੰ ਗਾਇਬ ਕਰਤਾ ਗਿਆ, ਨੁਕਸਾਨ ਪਹੁੰਚਾਤਾ ਗਿਆ। ਸੋ ਇਹ ਜਿਹੜੀ ਫੁਟੇਜ ਸੀ ਇਹ ਨਹੀਂ ਸੀ ਮਿਲ ਰਹੀ। ਮੈਂ ਇਹ ਕਹਾਣੀ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਨਵਜੋਤ ਸਿੰਘ ਸਿੱਧੂ ਕਹਿ ਰਹੇ ਹੈਗੇ ਨੇ ਵੀ ਇਹ ਜਿਹੜੀ ਫੁਟੇਜ ਹੈਗੀ ਹੈ ਮੈਂ ਜਨਤਕ ਕੀਤਾ, ਤੇ ਇਸ ਹਿਸਾਬ ਨਾਲ ਉਹ ਇੱਕ ਤਰੀਕੇ ਨਾਲ ਸੁਖਬੀਰ ਬਾਦਲ ਦੀ ਉਸ ਗੱਲ ਦਾ ਜਵਾਬ ਦੇ ਰਿਹਾ ਜੋ ਕਿ ਉਹਨਾਂ ਨੇ ਕੁਛ ਹੀ ਘੰਟੇ ਪਹਿਲਾਂ ਕੀਤੀ ਹੁੰਦੀ ਹੈ, ਯਾਨੀ ਕਿ ਉਹਨਾਂ ਨੇ ਸਬੂਤ ਮੰਗੇ ਵੀ ਮੇਰੇ ਖਿਲਾਫ ਜਿਹੜੇ ਸਬੂਤ ਨੇ ਤੁਹਾਡੇ ਕੋਲ ਬੇਅਦਬੀ ਤੇ ਗੋਲੀकांड ਦੇ ਮਾਮਲੇ 'ਚ ਉਹ ਮੈਨੂੰ ਲਿਆ ਕੇ ਸਾਹਮਣੇ ਕਰੋ। ਤੇ ਨਵਜੋਤ ਸਿੰਘ ਸਿੱਧੂ ਆਪਣੀਆਂ ਉਹ ਪ੍ਰੈਸ ਕਾਨਫਰੰਸਾਂ ਜਾਂ ਫਿਰ ਉਸ ਫੁਟੇਜ ਨੂੰ ਸਾਹਮਣੇ ਰੱਖਦੇ ਨੇ। ਤਾਂ ਕਹਿੰਦੇ ਵੀ ਇਸ ਫੁਟੇਜ ਦੇ ਵਿੱਚੋਂ ਮੈਂ ਸਭ ਤੋਂ ਪਹਿਲਾਂ ਪਬਲਿਕ ਡੋਮੇਨ ਦੇ ਵਿੱਚ ਇਹਨਾਂ ਨੂੰ ਲਿਆਂਦਾ ਸੀਗਾ, ਜਦੋਂ ਕਿ ਇਹ ਫੁਟੇਜ ਉਸ ਵਕਤ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਉਸ ਰਿਪੋਰਟ ਦਾ ਹਿੱਸਾ ਸੀ ਜੋ ਕਿ ਸਿਰਫ ਸਟੇਟ ਡਿਪਾਰਟਮੈਂਟ ਕੋਲ ਸੀ, ਪੁਲਿਸ ਕੋਲ ਸੀ, ਤੇ ਉਹ ਪਬਲਿਕ ਡੋਮੇਨ ਦੇ ਵਿੱਚ ਨਹੀਂ ਸੀ। ਸੋ ਨਵਜੋਤ ਸਿੰਘ ਸਿੱਧੂ ਕਿਤੇ ਨਾ ਕਿਤੇ ਕ੍ਰੈਡਿਟ ਲੈਣ ਦੀ ਗੱਲ ਕਰ ਰਹੇ ਨੇ, ਉਹ ਸਿਹਰਾ ਆਪਣੇ ਸਿਰ ਬੰਨ੍ਹਣਾ ਚਾਹ ਰਹੇ ਨੇ। ਦੇਖੋ ਜੀ, ਮੈਂ ਸਭ ਤੋਂ ਪਹਿਲਾਂ ਇਸ ਫੁਟੇਜ ਨੂੰ ਪਬਲਿਕ ਡੋਮੇਨ ਦੇ ਵਿੱਚ ਲਿਆਂਦਾ ਸੀਗਾ। ਫੁਟੇਜ ਇਹਨਾਂ ਨੂੰ ਕਿੱਥੋਂ ਮਿਲੀ, ਇਹਨਾਂ ਨੂੰ ਕਿਸੇ ਨੇ ਜ਼ਿਆਦਾ ਸਵਾਲ ਨਹੀਂ ਕੀਤੇ। ਤੇ ਠੀਕ ਹੈ, ਸਰਕਾਰਾਂ ਦੇ ਵਿੱਚ ਸਨ, ਉਸ ਵਕਤ ਤੋਂ ਮੰਤਰੀ ਸਨ, ਕੈਬਨਿਟ ਮਿਨਿਸਟਰ ਸਨ। ਮੈਨੂੰ ਯਾਦ ਹੈ ਮੈਂ ਉਸ ਵਕਤ ਜਿਹੜੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਜਿਹੜੇ ਹੈਗੇ ਨੇ ਉਹਨਾਂ ਨੂੰ ਇੱਕ ਦਿਨ ਮਿਲਿਆ ਸੀ
ਕਿਉਂਕਿ ਮੇਰੇ ਕੋਲ ਇਹ ਜਾਣਕਾਰੀ ਸੀ ਵੀ ਜਿਹੜੀ ਫੁਟੇਜ ਹੈਗੀ ਹੈ ਇਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਹੈਗੀ ਹੈ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੋਂ ਇਹ ਮੈਂ ਫੁਟੇਜ ਲੈਣ ਦੀ ਕੋਸ਼ਿਸ਼ ਵੀ ਉਸ ਵਕਤ ਕੀਤੀ, ਲੇਕਿਨ ਜੱਜ ਸਾਹਿਬ ਨੇ ਮੈਨੂੰ ਮਨਾ ਕਰਤਾ ਸੀ। ਜਸਟਿਸ ਰਣਜੀਤ ਸਿੰਘ ਉਹਨਾਂ ਨੇ ਮੈਨੂੰ ਇਹ ਫੁਟੇਜ ਦੇਣ ਤੋਂ ਇਨਕਾਰ ਕਰਤਾ ਸੀ। ਉਹਦਾ ਰੀਜ਼ਨ ਕਲੀਅਰ ਸੀ, ਕਿਉਂਕਿ ਜਦੋਂ ਮੇਰੀ ਇਹ ਗੱਲ ਹੋਈ ਉਹਨਾਂ ਨੇ ਮੇਰੇ ਨਾਲ ਇਹ ਸਾਰੀ ਗੱਲਾਂ ਬਾਤਾਂ ਬਹੁਤ ਖੁੱਲ੍ਹ ਕੇ ਕੀਤੀਆਂ ਸੀ। ਉਹਦੀ ਵੱਖ-ਵੱਖ ਇੰਟਰਵਿਊਜ਼ ਮੈਂ ਪਿਛਲੇ ਕਈ ਸਾਲਾਂ ਦੇ ਵਿੱਚ ਅਲੱਗ-ਅਲੱਗ ਟੀਵੀ ਚੈਨਲਸ ਦੇ ਉੱਤੇ ਕੀਤੀਆਂ ਨੇ ਤੇ ਸਮੇਂ-ਸਮੇਂ 'ਤੇ ਮੇਰੀ ਉਹਨਾਂ ਨਾਲ ਗੱਲਬਾਤ ਅਜੇ ਵੀ ਕਦੇ-ਕਦਾਰ ਹੋ ਜਾਂਦੀ ਹੈ। ਜਦੋਂ ਇਸ ਮੁੱਦੇ ਨਾਲ ਜੁੜੇ ਹੋਏ ਕੋਈ ਬਾਰੀਕ ਪੁਆਇੰਟ ਆਉਂਦੇ ਨੇ ਤਾਂ ਮੈਂ ਉਹਨਾਂ ਤੋਂ ਗਾਈਡੈਂਸ ਲੈ ਲੈਂਦਾ ਜਾਂ ਉਹਨਾਂ ਤੋਂ ਕੁਝ ਨੁਕਤਿਆਂ ਦੇ ਬਾਰੇ ਪੁੱਛ ਲੈਂਦਾ। ਸੋ ਉਹਨਾਂ ਨੇ ਫੁਟੇਜ ਮੇਰੇ ਨਾਲ ਸ਼ੇਅਰ ਨਹੀਂ ਕੀਤੀ, ਲੇਕਿਨ ਉਹਨਾਂ ਨੇ ਕਿਹਾ ਵੀ ਮੇਰੀ ਫੁਟੇਜ ਉਸ ਰਿਪੋਰਟ ਦੇ ਵਿੱਚ ਹੈ ਤੇ ਇਹ ਫੈਕਟ ਮੈਂ ਸੁਖਜਿੰਦਰ ਰੰਧਾਵਾ ਉਹਨਾਂ ਨਾਲ ਸ਼ੇਅਰ ਕੀਤਾ ਤੇ ਉਹਨਾਂ ਦੇ ਨਾਲ ਸੁਖਜਿੰਦਰ ਰੰਧਾਵਾ ਦੀ ਥੋੜ੍ਹੀ ਨੇੜਤਾ ਨਵਜੋਤ ਸਿੰਘ ਸਿੱਧੂ ਨਾਲ ਚੱਲਦੀ ਪਈ ਸੀ। ਲੇਕਿਨ ਖੈਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਨਾ ਜਾਂਦਿਆਂ ਹੋਇਆਂ ਇੱਕ ਦਿਨ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਜੋ ਕਿ ਮੋਹਾਲੀ ਦੇ ਵਿੱਚ ਹੁੰਦੀ ਹੈ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਦੇ ਵਿੱਚ ਹੁੰਦੀ ਹੈ। ਨਵਜੋਤ ਸਿੰਘ ਸਿੱਧੂ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਉਸ ਵਿੱਚ ਇੱਕ ਪ੍ਰੋਜੈਕਟਰ ਦੇ ਰਾਹੀਂ ਇਸ ਪੂਰੀ ਮੀਡੀਆ ਜਿਹੜੀ ਮੰਡਲੀ ਹੁੰਦੀ ਹੈ ਜਾਂ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਹੋਏ ਪੱਤਰਕਾਰ ਸਾਥੀ ਹੁੰਦੇ ਨੇ ਉਹਨਾਂ ਨੂੰ ਇਹ ਫੁਟੇਜ ਦਿਖਾਈ ਜਾਂਦੀ ਹੈ ਤੇ ਇਸ ਫੁਟੇਜ ਦੇ ਵਿੱਚ ਅਲੱਗ-ਅਲੱਗ ਕੈਮਰੇਜ਼ ਦੀ ਫੁਟੇਜ ਹੁੰਦੀ ਹੈ। ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਜਾਂ ਜਿਸ ਚੈਨਲ ਨੂੰ ਮੈਂ ਹੈਡ ਕਰ ਰਿਹਾ ਸੀ ਨਿਊਜ਼ 18 ਨੂੰ, ਉਸ ਵਕਤ ਸਾਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਵੀ ਨੋਟਿਸ ਆਇਆ ਸੀ, ਕਿਉਂਕਿ ਇਹ ਫੁਟੇਜ ਦਾ ਕੁਝ ਹਿੱਸਾ ਥਰੂ ਇੱਕ ਮੀਡੀਆ ਲੀਕ ਸਾਨੂੰ ਮਿਲਿਆ ਸੀ ਜੋ ਕਿ ਅਸੀਂ ਔਨ 에ਅਰ ਕਰਤਾ ਸੀ ਤੇ ਉਹਦੇ ਵਿੱਚ ਨਿਸ਼ਕਰਸ਼ ਇਹ ਕੱਢਿਆ ਜਾ ਰਿਹਾ ਸੀ ਵੀ ਪਰਮਰਾਜ ਸਿੰਘ ਉਮਰਾ ਨੰਗਲ ਇੱਕ ਚਿੱਟੇ ਜਿਹੇ ਕਲਰ ਦੇ ਕੱਪੜੇ ਡਰੈਸ ਦੇ ਵਿੱਚ, ਸ਼ਰਟ ਦੇ ਵਿੱਚ, ਸਿਵਲ ਡਰੈਸ ਦੇ ਵਿੱਚ ਉੱਥੇ ਮੌਜੂਦ ਸਨ। ਬਾਅਦ ਦੇ ਵਿੱਚ ਸਾਨੂੰ ਕਮਿਸ਼ਨ ਵੱਲੋਂ ਨੋਟਿਸ ਆਇਆ, ਜਸਟਿਸ ਰਣਜੀਤ ਸਿੰਘ ਕਮਿਸ਼ਨ ਉਹਨਾਂ ਨੇ ਮੇਰੇ ਚੈਨਲ ਨੂੰ ਮੈਨੂੰ ਨੋਟਿਸ ਦਿੱਤਾ ਤੇ ਉਸ ਫੁਟੇਜ ਬਾਰੇ ਜਾਣਕਾਰੀ ਮੰਗੀ, ਕਿਉਂਕਿ ਉਹਨਾਂ ਨੇ ਆਫੀਸ਼ੀਅਲ ਲੈਵਲ ਤੇ ਉਹ ਸਾਰੀ ਚੀਜ਼ ਵੈਰੀਫਾਈ ਕਰਨੀ ਸੀ, ਕਿਉਂਕਿ ਇਹ ਰਿਕਾਰਡ ਉਹਨਾਂ ਦੇ ਕਮੇਟੀ ਦੀ ਰਿਪੋਰਟ ਦਾ, ਕਮਿਸ਼ਨ ਦੀ ਰਿਪੋਰਟ ਦਾ ਹਿੱਸਾ ਬਣਨਾ ਸੀ। ਅਸੀਂ ਉਹਨਾਂ ਨੂੰ ਉਹਦਾ ਜਵਾਬ ਜਿਹੜਾ ਸੀਗਾ ਉਹ ਵੀ ਦਿੱਤਾ। ਲੇਕਿਨ ਜਦੋਂ ਇਹ ਫੁਟੇਜ ਨਵਜੋਤ ਸਿੰਘ ਸਿੱਧੂ ਰਿਲੀਜ਼ ਕਰਦੇ ਹੈਗੇ ਨੇ ਤੇ ਉਹ ਹੁਣ ਦੇ ਤਾਜ਼ਾ ਜਿਹੜੇ ਟਵੀਟ ਤੋਂ ਬਾਅਦ ਇਹ ਸਥਾਪਿਤ ਕਰਨ ਦੀ ਕੋਸ਼ਿਸ਼ ਇਹ ਕਰ ਰਹੇ ਨੇ ਵੀ ਇਸ ਫੁਟੇਜ ਨੂੰ ਮੈਂ ਸਭ ਤੋਂ ਪਹਿਲਾਂ ਪਬਲਿਕ ਡੋਮੇਨ ਦੇ ਵਿੱਚ ਲਿਆਂਦਾ। ਫੁਟੇਜ ਕਿੱਥੋਂ ਆਈ ਮੈਂ ਤੁਹਾਨੂੰ ਦੱਸਦਾ, ਜਸਟਿਸ ਰਣਜੀਤ ਸਿੰਘ ਕੋਲ ਸੀ ਜਾਂ ਫਿਰ ਸਟੇਟ ਡਿਪਾਰਟਮੈਂਟ ਜਾਂ ਡੀਜੀਪੀ ਆਫਿਸ ਕੋਲ ਸੀ। ਸੁਖੀ ਰੰਧਾਵਾ ਉਹਨਾਂ ਨਾਲ ਮੈਂ ਇਸ ਬਾਰੇ ਗੱਲਬਾਤ ਕੀਤੀ ਸੀ ਤੇ ਮੈਂ ਉਹਨਾਂ ਨੂੰ ਦੱਸਿਆ ਸੀ ਬੜੀ ਇੰਪੋਰਟੈਂਟ ਫੁਟੇਜ ਹੈ। ਬਤੌਰ ਇੱਕ ਪੱਤਰਕਾਰ ਮੇਰੀ ਇਹ ਇੱਛਾ ਸੀ ਕਿ ਮੈਂ ਫੁਟੇਜ ਨੂੰ ਹਾਸਲ ਕਰ ਸਕਾਂ ਤਾਂ ਕਿ ਇਹਦੇ ਵਿੱਚੋਂ ਕੋਈ ਚੀਜ਼ ਸਾਡੇ ਲਾਇਕ ਜਾਂ ਨਸ਼ਰ ਕਰਨ ਲਾਇਕ ਹੈ ਉਸ ਨੂੰ ਅਸੀਂ ਕਰੀਏ, ਲੇਕਿਨ ਮੈਂ ਉਸ ਫੁਟੇਜ ਨੂੰ ਹਾਸਲ ਨਹੀਂ ਕਰ ਪਾਇਆ। ਨਵਜੋਤ ਸਿੰਘ ਸਿੱਧੂ ਨੇ ਕੁਝ ਦਿਨਾਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਉਸ ਫੁਟੇਜ ਨੂੰ ਸਾਹਮਣੇ ਰੱਖਿਆ। ਜਿਸ ਪੁਆਇੰਟ ਤੇ ਮੈਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਆਉਣਾ ਚਾਹ ਰਿਹਾ ਉਹ ਇਹ ਹੈ ਕਿ ਇਹ CCTV ਫੁਟੇਜ ਕਹਾਣੀ ਦਾ ਇੱਕ ਪੱਖ ਹੈ, ਯਾਨੀ ਕਿ ਇੱਕ ਸਿੱਕੇ ਦਾ ਇੱਕ ਪਹਿਲੂ ਹੈ। ਤਾਜ਼ਾ ਜਿਹੜੇ ਟਵੀਟ ਹੋਏ ਨੇ, ਸੁਖਬੀਰ ਬਾਦਲ ਜੋ ਕਹਿ ਰਹੇ ਨੇ ਵੀ ਮੇਰੇ ਖਿਲਾਫ ਸਬੂਤ ਲਿਆਓ, ਨਵਜੋਤ ਕਹਿ ਰਹੇ ਨੇ ਆ ਲਓ ਚੱਕੋ ਸਬੂਤ, ਆ CCTV ਫੁਟੇਜ ਮੈਂ ਜਾਰੀ ਕੀਤੀ ਸੀ, ਮੈਂ ਕਿਹਾ ਸੀ ਇਹਦੇ 'ਚ ਤੁਹਾਡੇ ਸਾਰੇ ਸਬੂਤ ਮਿਲ ਜਾਂਦੇ ਨੇ। ਲੇਕਿਨ ਇਹ ਫੈਕਟ ਹੈ ਕਿ ਇਹ ਜਿਹੜੇ 4 ਕੈਮਰਿਆਂ ਦੀ ਜਿਹੜੀ CCTV ਫੁਟੇਜ ਜੋ ਕਿ ਬਹੁਤ ਸਾਲ ਤੱਕ ਗਾਇਬ ਰਹੀ, ਕਈ ਕਮਿਸ਼ਨਰਾਂ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ, ਇਹ ਵੀ ਇੱਕ ਪੁਲਿਸ ਅਫਸਰ ਨੇ ਜਾ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਤੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਉਹਨਾਂ ਨੇ ਮੈਨੂੰ ਖੁਦ ਇਸ ਚੀਜ਼ ਦੀ ਜਾਣਕਾਰੀ ਦਿੱਤੀ ਕਿ ਇਹ ਫੁਟੇਜ ਉਹਨਾਂ ਕੋਲ ਕਿਸ ਤਰੀਕੇ ਨਾਲ ਆਈ ਤੇ ਪੁਲਿਸ ਅਫਸਰ ਦਾ ਵੀ ਮੈਂ ਨਾਂ ਜਾਣਦਾ, ਲੇਕਿਨ ਉਸ ਨਾਂ ਨੂੰ ਮੈਂ ਲੈ ਨਹੀਂ ਸਕਦਾ ਕਿਉਂਕਿ ਜੱਜ ਸਾਹਿਬ ਨੇ ਇਸ ਬਾਰੇ ਇਸ ਚੀਜ਼ ਨੂੰ ਇੱਕ ਭੇਦ ਰੱਖਣ ਲਈ ਕਿਹਾ ਗਿਆ ਸੀਗਾ। ਤੇ ਇਹ ਜਿਹੜੀ ਫੁਟੇਜ ਸੀ ਉਹਨਾਂ ਨੂੰ ਇੱਕ CD ਦੀ ਸ਼ਕਲ ਦੇ ਵਿੱਚ ਭੇਜੀ ਗਈ, ਉਹਨਾਂ ਨੂੰ ਪੋਸਟ ਕੀਤੀ ਗਈ ਬਾਏ ਮੇਲ। ਇਹ ਜਿਹੜੀ ਫੁਟੇਜ ਕੋਟਕਪੂਰਾ ਚੌਂਕ ਦੀ ਸੀ ਉਹਨਾਂ ਕੋਲ ਪਹੁੰਚੀ। ਖਾਸੀਅਤ ਇਸ ਫੁਟੇਜ ਦੀ ਇਹ ਸੀ ਕਿ ਇਸ 'ਚੋਂ 4 ਅਲੱਗ-ਅਲੱਗ ਐਂਗਲਸ ਸਨ, ਉੱਤੇ 4 ਐਂਗਲਸ ਦੇ ਵਿੱਚ ਬਹੁਤ ਸੀ ਚੀਜ਼ਾਂ ਸਥਾਪਿਤ ਹੁੰਦੀਆਂ ਨੇ, ਕਿਉਂਕਿ ਇਹ ਚੀਜ਼ਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਾਂ ਫਿਰ ਉਹਨਾਂ 4 ਸੀਟਾਂ ਦੇ ਵਿੱਚ ਜੋ ਕਿ ਹੁਣ ਤਾਂ ਖੈਰ ਜ਼ਿਆਦਾ ਮਾਇਨਾ ਉਹਨਾਂ ਦਾ ਰਹਿ ਨਹੀਂ ਗਿਆ, ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਜਿਹੜੀ ਸਿੱਟ ਸੀ ਉਸਨੇ ਘੋਖਣ ਦੀ ਕੋਸ਼ਿਸ਼ ਕੀਤੀ। ਉਹ ਅਲੱਗ-ਅਲੱਗ ਟਾਈਮਲਾਈਨ ਜਿਹੜੀ ਉਸ ਦਿਨ ਦੀ ਘਟਨਾ ਹੈਗੀ, ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਦੇ ਵਿੱਚ ਦਾ ਘਟਨਾਕ੍ਰਮ, ਖਾਸ ਕਰਕੇ 6:25 ਤੋਂ ਲੈ ਕੇ 55 ਜਾਂ 56 ਮਿੰਟ, ਯਾਨੀ ਕਿ ਮਹਿਜ਼ 25-30 ਮਿੰਟਾਂ ਦਾ ਪੂਰਾ ਐਕਸ਼ਨ ਸੀ ਜਿਸ ਦੌਰਾਨ ਇਹ ਕੋਟਕਪੂਰਾ ਚੌਂਕ ਨੂੰ ਖਾਲੀ ਕਰਾਇਆ ਗਿਆ। ਇਹ ਕਿਹਾ ਗਿਆ ਵੀ ਪੁਲਿਸ ਨੇ ਜਿਹੜੀ ਜ਼ਰੂਰਤ ਨਾਲੋਂ ਜ਼ਿਆਦਾ ਫੋਰਸ ਵਰਤੀ, ਵਾਟਰ ਕੈਨਨ ਵਰਤੇ, ਲੇਕਿਨ ਇਹਦਾ ਇੱਕ ਦੂਸਰਾ ਪੱਖ ਵੀ ਹੈ। ਇੱਕ ਹੋਰ ਫੁਟੇਜ ਜਿਹੜੀ ਹੈਗੀ ਹੈ ਉਹ ਮੈਨੂੰ ਪੁਲਿਸ ਅਫਸਰਾਂ ਨੇ ਜਿਹੜੀ ਮੁਹੱਈਆ ਕਰਾਈ ਸੀ, ਉਹ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਕਿਉਂਕਿ ਇਸ ਪੂਰੇ ਕੋਟਕਪੂਰਾ ਦੀ ਘਟਨਾ ਦੀ ਮੈਂ ਗੱਲ ਕਰ ਰਿਹਾ, ਮੈਂ ਬਹਿਬਲ ਕਲਾਂ ਦੀ ਗੱਲ ਨਹੀਂ ਕਰ ਰਿਹਾ। ਮੈਂ ਦਰਸ਼ਕਾਂ ਨੂੰ ਬੜਾ ਕਲੀਅਰ ਕਰ ਦੇਣਾ ਚਾਹੁੰਦਾ ਵੀ ਆਪਾਂ ਬਹਿਬਲ ਕਲਾਂ ਜਿੱਥੇ 2 ਸਿੰਘ ਮਾਰੇ ਗਏ, ਚਰਨਜੀਤ ਸ਼ਰਮਾ SSP ਉੱਥੇ ਜਾ ਕੇ ਉਹਨੇ ਆਪਣਾ ਬਹੁਤ ਹੀ ਗਲਤ ਤਰੀਕੇ ਨਾਲ ਸਿਚੁਏਸ਼ਨ ਨੂੰ ਰਫਲੀ ਹੈਂਡਲ ਕੀਤਾ ਤੇ ਉੱਥੇ ਸਿੰਘਾਂ ਨੂੰ ਗੋਲੀ ਮਾਰਤੀ। ਆਈ ਐਮ ਨਾਟ ਟਾਕਿੰਗ ਅਬਾਊਟ ਦੈਟ। ਨਾ ਮੈਂ ਗੱਲ ਕਰ ਰਿਹਾ ਹਾਂ ਬੇਅਦਬੀ ਦੀਆਂ ਉਹਨਾਂ ਘਟਨਾਵਾਂ ਦੀ ਜੋ ਬੁਰਜਵਾਰ ਸਿੰਘ ਵਾਲਾ, ਬਰਗਾੜੀ ਜਾਂ ਹੋਰ ਥਾਵਾਂ ਤੇ ਹੋਈ। ਮੈਂ ਗੱਲ ਕਰ ਰਿਹਾ ਕੋਟਕਪੂਰਾ ਚੌਂਕ ਦੀ, ਜਿਹੜੀ ਸਿੱਟ ਹੁਣ ਟੁੱਟੀ ਹੈ ਉਹਦੀ। ਤੇ ਉਹ ਜਿਹੜੀ ਘਟਨਾ ਕੀ ਸੀ, ਉਹਦੀ ਜਿਹੜੀ 4 ਅਲੱਗ-ਅਲੱਗ CCTV ਕੈਮਰਾਜ਼ ਦੀ ਜਿਹੜੀ ਫੁਟੇਜ ਸੀ, ਉਹ ਤੋਂ ਇੱਕ ਵੱਖਰੀ ਫੁਟੇਜ ਜੋ ਕਿ ਪੁਲਿਸ ਹਲਕਿਆਂ ਤੋਂ ਸਾਨੂੰ ਮਿਲੀ ਸੀ, ਉਹਨਾਂ ਨੂੰ ਅਸੀਂ ਨਸ਼ਰ ਵੀ ਕੀਤਾ ਤੇ ਹੁਣ ਮੈਂ ਤੁਹਾਨੂੰ ਉਸ ਫੁਟੇਜ ਨੂੰ ਦਿਖਾਵਾਂਗਾ। ਵੀ ਦੋਵੇਂ ਸਾਈਡ ਬਾਏ ਸਾਈਡ ਜਿਹੜੀ ਫੁਟੇਜਸ ਹੈ ਇਹ ਬਹੁਤ ਇੰਪੋਰਟੈਂਟ ਹੈਗੀਆਂ ਨੇ, ਕਿਉਂਕਿ ਜਿਹੜੀ ਪੁਲਿਸ ਦੀ ਫੁਟੇਜ ਸੀ ਉਸ ਦੇ ਵਿੱਚ ਸਾਫ਼ ਤੌਰ 'ਤੇ ਦੇਖਿਆ ਗਿਆ
ਵੀ ਜਿਹੜੇ ਉਸ ਵਕਤ ਅਫਸਰ ਉੱਥੇ ਮੌਜੂਦ ਸਨ, ਅਮਰ ਸਿੰਘ ਚਾਹਲ ਮੌਜੂਦ ਸਨ, ਰਣਬੀਰ ਸਿੰਘ ਖੱਟੜਾ ਮੌਜੂਦ ਸਨ, ਪਰਮਰਾਜ ਉਮਰਾ ਨੰਗਲ ਮੌਜੂਦ ਸਨ ਤੇ ਹੋਰ तमाम ਜਿਹੜੇ ਵੱਡੇ ਅਫਸਰ ਜੋ ਕਿ ਐਸਐਸਪੀ ਕਈ ਜ਼ਿਲ੍ਹਿਆਂ ਦੇ ਉੱਤੇ ਮੌਜੂਦ ਸਨ, ਡੀਆਈਜੀ ਪੱਧਰ ਦੇ ਅਧਿਕਾਰੀ ਮੌਜੂਦ ਸਨ। ਉਹਨਾਂ ਨੇ ਇਸ ਪੂਰੀ ਗੱਲਬਾਤ ਜਦੋਂ ਉਹਨਾਂ ਦੀ ਜਿਹੜੇ ਪੰਥਪ੍ਰੀਤ ਸਿੰਘ ਸਨ ਜੋ ਕਿ ਪੰਥਕ ਇਹਨਾਂ ਜਥੇਬੰਦੀਆਂ ਨੂੰ ਇੱਕ ਤਰੀਕੇ ਨਾਲ ਲੀਡ ਕਰ ਰਹੇ ਸਨ, ਦਾਦੋਵਾਲ ਹੋਣੀ ਕਾਫੀ ਪਿੱਛੇ ਹੁੰਦੇ ਸੀ, ਬੈਠੇ ਸੀ ਉੱਥੇ ਲੇਕਿਨ ਥੋੜਾ ਪਿੱਛੇ ਸੀ, ਲੇਕਿਨ ਭਾਈ ਪੰਥਪ੍ਰੀਤ ਸਿੰਘ ਉਹਨਾਂ ਨਾਲ ਜਿਹੜੀ ਪੂਰੀ ਗੱਲਬਾਤ ਚੱਲਦੀ ਹੈ ਉਸ ਤੋਂ ਬਾਅਦ ਇਹ ਜਿਹੜਾ ਘਟਨਾਕ੍ਰਮ ਹੈ ਉੱਥੇ ਮਾਹੌਲ ਗਰਮ ਹੁੰਦਾ ਤੇ ਉਹਦਾ ਕਾਰਨ ਇਹ ਸੀ ਵੀ ਪੰਥਪ੍ਰੀਤ ਸਿੰਘ ਜਿਹੜੇ ਹੈਗੇ ਨੇ ਉਹ ਚਾਹੁੰਦੇ ਨਹੀਂ ਸਨ ਵੀ ਅਸੀਂ ਉਹਨਾਂ ਨੇ ਹੋਇਆ ਹੀ ਸੀਗਾ ਵੀ ਇੱਕ ਰਾਤ ਪਹਿਲਾਂ ਵੀ ਉਹਨਾਂ ਨੇ ਗ੍ਰਿਫਤਾਰੀਆਂ ਦੇਣ ਦੀ ਪੇਸ਼ਕਸ਼ ਕੀਤੀ ਸੀ। ਸਿੱਖ ਜਥੇਬੰਦੀਆਂ ਚਾਹੁੰਦੀਆਂ ਸਿਰਫ ਇੰਨਾ ਸਨ ਵੀ ਅਸੀਂ ਇੱਥੋਂ ਖੁਦ ਨਹੀਂ ਉੱਠ ਕੇ ਜਾਣਾ, ਇਸ ਚੌਂਕ ਨੂੰ ਅਸੀਂ ਐਵੇਂ ਇਸ ਧਰਨੇ ਨੂੰ ਖਤਮ ਨਹੀਂ ਕਰਨਾ, ਤੁਸੀਂ ਸਾਨੂੰ ਗ੍ਰਿਫਤਾਰ ਕਰ ਲਓ। ਇੱਕ ਰਾਤ ਪਹਿਲਾਂ ਇਹ ਭਰੋਸਾ ਉਹਨਾਂ ਨੂੰ ਦਵਾਇਆ ਗਿਆ ਵੀ ਠੀਕ ਹੈ ਤੁਹਾਡੀ ਗ੍ਰਿਫਤਾਰੀਆਂ ਪਾ ਦਿੰਦੇ ਹਾਂ ਤੇ ਤੁਸੀਂ ਜਾਓ ਬੈਠੋ। ਬੱਸਾਂ ਉਹਨਾਂ ਲਈ ਇੱਕ ਸ਼ਾਮ ਪਹਿਲਾਂ ਮੰਗਾਈਆਂ ਗਈਆਂ। ਉਹ ਬੱਸਾਂ 'ਚ ਜਿਹੜੇ ਸਮਰਥਕ ਸਨ ਜਾਂ ਜੋ ਵੀ ਸਿੱਖ ਸਿੰਘ ਉੱਥੇ ਇਕੱਠੇ ਹੋਏ ਸਨ ਜੋ ਕਿ ਪ੍ਰਦਰਸ਼ਨਕਾਰੀ ਸਨ, ਉਹਨਾਂ ਨੂੰ ਗੱਡੀਆਂ 'ਚ ਬਿਠਾਇਆ ਗਿਆ ਤੇ ਉਹਨਾਂ ਨੂੰ ਦੂਰ ਲਿਜਾ ਕੇ ਛੱਡਤਾ ਗਿਆ। ਹੁਣ ਜਦੋਂ ਇਹ ਘਟਨਾ ਉੱਥੇ ਹੋਈ ਯਾਨੀ ਕਿ ਉਹ ਲੋਕ ਜਿਹੜੇ ਪ੍ਰਦਰਸ਼ਨਕਾਰੀ ਸਨ ਉਹ ਚਾਹੁੰਦੇ ਸਨ ਵੀ ਤੁਸੀਂ ਸਾਡੀ ਫੋਰਮਲ ਅਰੈਸਟ ਪਾਓ। ਝਗੜਾ ਇਸ ਗੱਲ ਦਾ ਸੀਗਾ ਵੀ ਉਹ ਸਿੱਖ ਜਥੇਬੰਦੀਆਂ ਚਾਹ ਰਹੀਆਂ ਸੀ ਵੀ ਫੋਰਮਲ ਅਰੈਸਟ ਸਾਡਾ ਪਾਇਆ ਜਾਵੇ ਤੇ ਪੁਲਿਸ ਜਿਹੜੀ ਸੀ ਇੱਕ ਸ਼ਾਮ ਪਹਿਲਾਂ ਉਸਨੇ ਵਾਅਦਾ ਖਿਲਾਫੀ ਥੋੜੀ ਜਿਹੀ ਹੋਈ ਕਿਉਂਕਿ ਉਹਨਾਂ ਨੇ ਕਹਿਤਾ ਵੀ ਠੀਕ ਹੈ ਅਸੀਂ ਤੁਹਾਨੂੰ ਅਰੈਸਟ ਪਾ ਦਿੰਦੇ ਹਾਂ ਜਾਂ ਅਰੈਸਟ ਕਰ ਲੈਂਦੇ ਹਾਂ, ਲੇਕਿਨ ਉਹਨਾਂ ਨੇ ਬੱਸਾਂ ਦੇ ਵਿੱਚ ਇਹ ਸਾਰੇ ਪ੍ਰਦਰਸ਼ਨਕਾਰੀ ਬਿਠਾਏ ਤੇ ਥੋੜੀ ਦੂਰ ਜਾ ਕੇ ਛੱਡਤੇ। ਜਦੋਂ ਇਹ ਘਟਨਾ ਹੋਈ ਤੇ ਇਹ ਗੱਲ ਵਾਪਸ ਉੱਥੇ ਕੋਟਕਪੂਰੇ ਚੌਂਕ ਵਿੱਚ ਬੈਠੀ ਪੰਥਕ ਜਥੇਬੰਦੀਆਂ ਜਾਂ ਉਹਨਾਂ ਦੇ ਆਗੂਆਂ ਤੱਕ ਪਹੁੰਚੀ ਤਾਂ ਜਿਹੜੇ ਲੋਕ ਛੱਡੇ ਸੀ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ, ਉਹ ਵਾਪਸ ਖੁਦ ਆਉਣੇ ਸ਼ੁਰੂ ਹੋ ਗਏ। ਧਰਨਾ ਰਾਤੋਂ ਰਾਤ ਫੇਰ ਸਵੈਲ ਕਰ ਗਿਆ ਤੇ ਉਸ ਤੋਂ ਬਾਅਦ ਇਹ ਕਾਲ ਲਿੱਤੀ ਗਈ ਵੀ ਹੁਣ ਇਸ ਧਰਨੇ ਨੂੰ ਚੁੱਕਿਆ ਜਾਣਾ ਹੈ ਤੇ ਇਸ ਨੂੰ ਚੁਕਾਇਆ ਜਾਵੇ। ਤੇ ਇਹ ਜਿਹੜਾ 6:30 ਵਜੇ ਦਾ ਘਟਨਾਕ੍ਰਮ ਹੈ ਉਸ ਤੋਂ ਪਹਿਲੇ 5 ਜਾਂ 7 ਮਿੰਟ ਦੀ ਜਿਹੜੀ ਫੁਟੇਜ ਜਿਹੜੀ ਪੁਲਿਸ ਹਲਕਿਆਂ 'ਚੋਂ ਰਿਲੀਜ਼ ਹੋਈ ਸੀ ਉਸ ਦੇ ਵਿੱਚ ਸਾਫ਼ ਤੌਰ ਤੇ ਇਹ ਨਜ਼ਰ ਆਇਆ ਕਿ ਉੱਥੇ ਜਿਹੜੇ ਪੁਲਿਸ ਅਫਸਰ ਸੀ ਉਹਨਾਂ ਨੇ ਗੱਲਬਾਤ ਕੀਤੀ ਤੇ ਉੱਥੇ ਵੀ ਫਿਰ ਇਹੀ ਸਹਿਮਤੀ ਬਣੀ ਵੀ ਤੁਸੀਂ ਸਾਨੂੰ ਚੱਕ ਕੇ ਲਿਜਾਓ। ਯਾਨੀ ਭਾਈ ਪੰਥਪ੍ਰੀਤ ਸਿੰਘ ਜਾਂ ਹੋਰ ਉਹਨਾਂ ਦੇ ਨਾਲ ਜਿਹੜੇ ਹੋਰ ਆਗੂ ਸਨ ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਆਪ ਨਹੀਂ ਜਾਵਾਂਗੇ ਹੁਣ, ਕਿਉਂਕਿ ਤੁਸੀਂ ਪਹਿਲਾਂ ਇੱਕ ਸ਼ਾਮ ਪਹਿਲਾਂ ਸਾਡੇ ਨਾਲ ਉਹ ਵਾਅਦਾ ਖਿਲਾਫੀ ਕੀਤੀ ਹੈ, ਤੁਸੀਂ ਸਾਡੇ ਪ੍ਰਦਰਸ਼ਨਕਾਰੀਆਂ ਨੂੰ ਬੱਸਾਂ 'ਚ ਬਿਠਾਇਆ, ਦੂਰ ਜਲ ਲਿਜਾ ਕੇ ਛੱਡਤਾ, ਨਾ ਕੋਈ ਫਾਰਮਲ ਅਰੈਸਟ ਪਈ, ਨਾ ਇਹ ਕਾਗਜ਼ਾਂ ਦੇ ਵਿੱਚ ਜਾਂ ਰਿਕਾਰਡ ਦੇ ਵਿੱਚ ਆਇਆ ਵੀ ਅਸੀਂ ਗ੍ਰਿਫਤਾਰੀਆਂ ਦਿੱਤੀਆਂ, ਕਿਉਂਕਿ ਇੱਕ ਰਿਕਾਰਡ ਦੇ ਵਿੱਚ ਸਿੱਖ ਜਥੇਬੰਦੀਆਂ ਜਿਹੜੀਆਂ ਸਨ ਇਸ ਫੈਕਟ ਨੂੰ ਲਿਆਉਣਾ ਚਾਹ ਰਹੀਆਂ ਸਨ। ਉਸ ਘਟਨਾ ਤੋਂ ਬਾਅਦ ਉਹ ਜਿਹੜੀ ਫੁਟੇਜ ਹੈਗੀ ਹੈ ਉਸ ਦੇ ਵਿੱਚ ਇਹ ਸਾਫ਼ ਨਜ਼ਰ ਆ ਰਿਹਾ ਵੀ ਜਦੋਂ ਉਹਨਾਂ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵਕਤ ਗਰਮਾ ਗਰਮੀ ਹੋਈ। ਫਿਰ ਉਸ ਤੋਂ ਬਾਅਦ ਰਿਟੈਲੀਏਸ਼ਨ ਦੋਵੇਂ ਪਾਸਿਓਂ ਸ਼ੁਰੂ ਹੋ ਜਾਂਦੀ ਹੈ, ਲੇਕਿਨ ਪਹਿਲਾਂ ਜਿਹੜੀ ਰਿਟੈਲੀਏਸ਼ਨ ਹੈ ਕਿਤੇ ਨਾ ਕਿਤੇ ਪੁਲਿਸ ਤੋਂ ਪਹਿਲਾਂ ਥੋੜ੍ਹੀ ਜਿਹੀ ਜਿਹੜੇ ਸਿੰਘ ਹੈਗੇ ਨੇ ਉੱਥੇ ਉਹ ਗਰਮ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਐਂ ਲੱਗਦਾ ਹੈ, ਕਿਉਂਕਿ ਹੋਇਆ ਇਹ ਸੀ ਵੀ ਜਦੋਂ ਇੱਕ ਪੂਰਾ ਝੁੰਡ ਸੀਗਾ ਉੱਥੇ ਲੋਕਾਂ ਦਾ ਆਪਸ ਦੇ ਵਿੱਚ ਕੀ ਗੱਲ ਹੋ ਪਾ ਰਹੀ ਸੀ, ਇਸ ਚੀਜ਼ ਦੀ ਕਮਿਊਨੀਕੇਸ਼ਨ ਥੋੜ੍ਹੀ ਦੂਰ ਬੈਠੇ ਜਿਹੜੇ ਉੱਥੇ ਪ੍ਰਦਰਸ਼ਨਕਾਰੀ ਸਨ ਉਹਨਾਂ ਨੂੰ ਕਲੀਅਰਲੀ ਨਹੀਂ ਮਿਲ ਪਾ ਰਹੀ ਹੋ ਸਕਦੀ ਹੈ। ਸੋ ਜਦੋਂ ਇਹ ਧੱਕਾ ਮੁੱਕੀ ਹੋਈ ਆ ਪੰਥਪ੍ਰੀਤ ਸਿੰਘ ਹੋਣਾ ਦਾ ਜੋ ਕਹਿਣਾ ਸੀ ਵੀ ਸਾਨੂੰ ਗ੍ਰਿਫਤਾਰ ਕਰੋ, ਪੁਲਿਸ ਨੇ ਉਹਨੂੰ ਚੱਕਣ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ, ਜਿੱਦਾਂ ਖਿੱਚ ਤੋਂ ਸ਼ੁਰੂ ਹੁੰਦੀ ਹੈ ਉਸ ਵਕਤ ਮਾਹੌਲ ਗਰਮ ਹੋ ਜਾਂਦਾ ਤੇ ਫਿਰ ਉਸ ਵਕਤ ਤਲਵਾਰਾਂ ਨਿਕਲ ਗਈਆਂ ਤੇ ਉੱਧਰ ਦੂਸਰੇ ਪਾਸੇ ਪੁਲਿਸ ਨੇ ਐਕਸ਼ਨ ਕੀਤਾ। ਉਸ ਪੂਰੇ ਘਟਨਾਕ੍ਰਮ ਦੇ ਵਿੱਚ ਲਗਭਗ 40 ਦੇ 50 ਦੇ ਆਸ-ਪਾਸ ਮਤਲਬ ਕਈ ਸੈਂਕੜਾਂ ਦੀ ਤਾਦਾਦ ਦੇ ਵਿੱਚ ਜਿਹੜੇ ਪ੍ਰਦਰਸ਼ਨਕਾਰੀ ਜਿੱਥੇ ਜ਼ਖਮੀ ਹੋਏ, ਗੋਲੀ ਵੀ ਉੱਥੇ ਚੱਲੀ ਤੇ ਗੋਲੀ ਲੱਗੀ ਵੀ ਇੱਕ ਨੌਜਵਾਨ ਨੂੰ ਤੇ ਉੱਥੇ ਹੀ ਲਗਭਗ 40 ਪੁਲਿਸ ਵਾਲਿਆਂ ਨੂੰ ਵੀ ਬਹੁਤ ਬੁਰੀ ਤਰ੍ਹਾਂ ਕੁੱਟਿਆ ਜਾਂਦਾ, ਉਹਨਾਂ ਦੀ ਪਿਕਟਸ ਤੋੜੀਆਂ ਜਾਂਦੀਆਂ ਨੇ ਤੇ ਮਤਲਬ ਦੋਵੇਂ ਪਾਸਿਓਂ ਪੂਰਾ ਤਰੀਕੇ ਨਾਲ ਆਪਾਂ ਸਮਝ ਸਕਦੇ ਹਾਂ ਵੀ ਹਿੰਸਕ ਜਿਹੜੀ ਝੜਪ ਹੁੰਦੀ ਹੈ ਉਹਦੇ ਵਿੱਚ ਘੱਟ ਕੋਈ ਵੀ ਨਹੀਂ ਸੀਗਾ। ਮੈਂ ਇਹ ਬੜਾ ਕਲੀਅਰਲੀ ਕਹਿਣਾ ਚਾਹੁੰਦਾ ਵੀ ਇਹ ਕਹਿ ਦੇਣਾ ਵੀ ਇੱਕ ਪੱਖ ਹੀ ਗਲਤ ਸੀਗਾ। ਠੀਕ ਹੈ ਵੀ ਪੁਲਿਸ ਨੇ ਕਿਸ ਤਰੀਕੇ ਨਾਲ ਉਹਨੂੰ ਹੈਂਡਲ ਕੀਤਾ, ਇੱਕ ਸ਼ਾਮ ਪਹਿਲਾਂ ਕਿਉਂ ਵਾਅਦਾ ਖਿਲਾਫੀ ਹੋਈ, ਉਸ ਦਿਨ ਸਵੇਰੇ ਵੀ ਪੁਲਿਸ ਜੇ ਇੰਨਾ ਆਪਸ 'ਚ ਗੱਲਬਾਤ ਕਰਕੇ ਪੰਥਪ੍ਰੀਤ ਹੋਰਾਂ ਨੂੰ ਸਮਝਾ ਚੁੱਕੀ ਸੀ ਤਾਂ ਫਿਰ ਉਸ ਦੇ ਵਿੱਚ ਐਡੀ ਵੱਡੀ ਕੀ ਆਫਤ ਸੀ ਵੀ ਉਹ ਖਿੱਚਤੂ ਕਰਨੀ ਪੈਣੀ ਸੀ ਤੇ ਉਹ ਖਿੱਚਤੂ ਦਾ ਮਤਲਬ ਕੀ ਪ੍ਰਦਰਸ਼ਨਕਾਰੀਆਂ ਨੇ ਵੱਖਰੇ ਤੌਰ ਤੇ ਲੈ ਲਿਆ ਜਾਂ ਪੰਥਪ੍ਰੀਤ ਸਿੰਘ ਉਹਨਾਂ ਦਾ ਕਮਾਂਡ ਜਾਂ ਕੰਟਰੋਲ ਘੱਟ ਸੀ, ਇਹ ਸਾਰੀਆਂ ਚੀਜ਼ਾਂ ਕੋਖ ਦਾ ਵਿਸ਼ਾ ਹੋ ਸਕਦੀਆਂ ਨੇ। ਲੇਕਿਨ ਪੁਲਿਸ ਦਾ ਇੱਕ ਬਹੁਤ ਵੱਡਾ ਤਬਕਾ ਯਾਨੀ ਕਿ ਪੰਜਾਬ ਪੁਲਿਸ ਦੀ ਫੋਰਸ ਦਾ ਜਿਹੜੀ ਕਿ ਅਲੱਗ-ਅਲੱਗ ਜ਼ਿਲ੍ਹਿਆਂ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਫੋਰਸ ਉੱਥੇ ਪੁੱਜੀ ਹੋਈ ਸੀ, ਉਹਦਾ ਇੱਕ ਬਹੁਤ ਵੱਡਾ ਤਬਕਾ ਹਮੇਸ਼ਾ ਤੋਂ ਹੀ ਇਹ ਮੰਨਦਾ ਰਿਹਾ ਵੀ ਕੋਟਕਪੂਰਾ ਚੌਂਕ ਦੇ ਵਿੱਚ ਪੁਲਿਸ ਗਲਤ ਨਹੀਂ ਸੀ। ਤਮਾਮ ਐਸੇ ਜਿਹੜੇ ਪੁਲਿਸ ਅਫਸਰ ਸੀ, ਚਾਹੇ ਰਣਬੀਰ ਖੱਟੜਾ ਸੀ ਜਾਂ ਫਿਰ ਅਮਰ ਸਿੰਘ ਚਹਿਲ ਸਿੰਘ, ਉਹਨਾਂ ਦੀ ਸਭ ਦੀਆਂ ਜਿਹੜੀਆਂ ਜੋਰਾ ਸਿੰਘ ਕਮਿਸ਼ਨ ਦੇ ਅੱਗੇ ਵੀ ਤੇ ਉਸ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਅੱਗੇ ਵੀ ਗਵਾਹੀਆਂ ਹੋਈਆਂ ਤੇ ਜਦੋਂ ਇਹ ਚੀਜ਼ ਪੁੱਛੀ ਗਈ ਸਭ ਤੋਂ, ਬੇਸ਼ੱਕ ਰਣਬੀਰ ਖੱਟੜਾ ਹੋਣਾ ਦੀ ਬੇਦਬੀਆਂ ਦੇ ਮਾਮਲੇ ਦੀ ਸਿੱਟ ਰਿਪੋਰਟ ਨੂੰ ਇਨ ਬਿਨ ਤਰੀਕੇ ਨਾਲ ਜਸਟਿਸ ਰਣਜੀਤ ਸਿੰਘ ਨੇ ਮੰਨ ਲਿਆ। ਉਹ ਬਿਲਕੁਲ ਮੰਨਦੇ ਨੇ ਵੀ ਜਾਂਚ ਬੜੀ ਅੱਛੀ ਖੱਟੜਾ ਹੋਣਾ ਨੇ ਕੀਤੀ, ਜ਼ਾਬਤੇ 'ਚ ਰਹਿ ਕੇ ਕੀਤੀ ਤੇ ਬਹੁਤ ਇੱਕ ਤਰੀਕੇ ਨਾਲ ਪ੍ਰੋਫੈਸ਼ਨਲ ਜਾਂਚ ਸੀ ਤੇ ਬਾਕੀ ਇਹਨਾਂ ਨੇ ਜਿਹੜੇ ਡੇਰੇ ਦੇ ਨਾਲ ਲਿੰਕ ਜੋੜੇ ਨੇ ਉਹ ਬਿਲਕੁਲ ਸਹੀ ਨੇ। ਲੇਕਿਨ ਜਦੋਂ ਕੋਟਕਪੂਰਾ ਦੀ ਘਟਨਾ ਆਈ ਤੇ ਖੱਟੜਾ ਹੋ ਤੋਂ ਪੁੱਛਿਆ ਗਿਆ ਤਾਂ ਉਸ ਮਾਮਲੇ ਦੇ ਵਿੱਚ ਉਹਨਾਂ ਨੇ ਸਾਫ਼ ਕਹਿਤਾ ਵੀ ਇੱਥੇ ਪੁਲਿਸ ਦੀ ਗਲਤੀ ਨਹੀਂ ਸੀ। ਹੁਣ ਇਹ ਗੱਲ ਜਿਹੜੀ ਸੀ ਜਸਟਿਸ ਰਣਜੀਤ ਸਿੰਘ ਨੂੰ ਵੀ ਪਸੰਦ ਨਹੀਂ ਹੈ ਤੇ ਉਹਨਾਂ ਨੇ ਆਪਣੀ ਰਿਪੋਰਟ ਵਿੱਚ ਦਰਜ ਕੀਤਾ ਹੈ ਵੀ ਬਹੁਤ ਸੇ ਜਿਹੜੇ ਪੁਲਿਸ ਅਫਸਰ ਸਨ ਜਦੋਂ ਮੇਰੇ ਸਾਹਮਣੇ ਉਹਨਾਂ ਨੇ ਗਵਾਹੀਆਂ ਦਿੱਤੀਆਂ ਉਹ ਇਵੇਸਿਵ ਸੀ, ਉਹ ਬਚਣ ਦੀ ਕੋਸ਼ਿਸ਼ ਕਰ ਰਹੇ ਸੀ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਤੱਥਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਸੀ ਜੋ ਕਿ ਕਾਫੀ ਹੱਦ ਤੱਕ ਸੰਭਵ ਸੀ। ਲੇਕਿਨ ਇਹ ਦੋ ਅਲੱਗ-ਅਲੱਗ ਫੁਟੇਜਿਸ ਸੀ। ਇੱਕ
ਜਿਸ ਨੂੰ ਕਿ ਨਵਜੋਤ ਸਿੰਘ ਜੀ ਅੱਜ ਕਹਿ ਰਹੇ ਨੇ ਵੀ ਉਹਨਾਂ ਨੇ ਰਿਲੀਜ਼ ਕੀਤੀ ਸੀ। ਉਹ ਰਿਲੀਜ਼ ਇੱਕ ਪੁਲਿਸ ਅਫਸਰ ਦੇ ਜ਼ਰੀਏ ਜਸਟਿਸ ਰਣਜੀਤ ਸਿੰਘ ਉਹਨਾਂ ਨੂੰ ਮਿਲੀ ਸੀ, ਜੋ ਕਿ ਬਾਅਦ ਦੇ ਵਿੱਚ ਉਹਨਾਂ ਨੇ ਰਿਪੋਰਟ ਨੱਥੀ ਕਰਕੇ ਸਰਕਾਰ ਨੂੰ ਦਿੱਤੀ। ਸਰਕਾਰ ਦੇ ਵਿੱਚੋਂ ਜਿਵੇਂ ਮੈਂ ਜ਼ਿਕਰ ਕੀਤਾ ਇੱਕ ਮੰਤਰੀ ਦੇ ਨਾਲ ਮੇਰੀ ਗੱਲਬਾਤ ਹੋਈ, ਉਸ ਮੰਤਰੀ ਦੀ ਨੇੜਤਾ ਉਹਨਾਂ ਦੇ ਨਾਲ ਨਵਜੋਤ ਨਾਲ ਸੀਗੀ, ਲੇਕਿਨ ਉਹ ਪੂਰੀ ਗੱਲਬਾਤ ਹੁੰਦੇ ਉਹ ਜਿਹੜੀ ਫੁਟੇਜ ਸੀ ਨਵਜੋਤ ਉਹਨਾਂ ਦੇ ਹੱਥ ਲੱਗ ਗਈ ਤੇ ਨਵਜੋਤ ਸਿੱਧੂ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਤੀ। ਐਨੀ ਵਿਚ ਵੇਸ ਅੱਛੀ ਗੱਲ ਸੀ, ਕਿਉਂਕਿ ਇਸ ਫੁਟੇਜ ਦੇ ਵਿੱਚ ਜੋ ਕੁਝ ਵੀ ਸੀ ਉਹ ਜਸਟਿਸ ਰਣਜੀਤ ਸਿੰਘ ਨੇ ਮਿੰਟ ਟੂ ਮਿੰਟ ਜਿਹੜਾ ਅਕਾਊਂਟ ਹੈ ਆਪਣੀ ਰਿਪੋਰਟ ਦੇ ਵਿੱਚ ਦਰਜ ਕੀਤਾ ਸੀ ਤੇ ਇਹੀ ਜਾਣਕਾਰੀ ਜਿਹੜੀ ਹੈ ਪਬਲਿਕ ਡੋਮੇਨ ਦੇ ਵਿੱਚ ਪੂਰੇ ਤਰੀਕੇ ਨਾਲ ਸੀ। ਕਿਉਂਕਿ ਜੇ ਫੁਟੇਜ ਕਿਸੇ ਨੇ ਦੇਖੀ ਸੀ ਜਾਂ ਨਹੀਂ ਦੇਖੀ ਸੀ, ਲੇਕਿਨ ਉਹ ਰਿਪੋਰਟ ਜੇ ਪੜ੍ਹੀਏ ਤਾਂ ਉਹਦੇ 'ਚ 6:30 ਮਿੰਟ 31 ਮਿੰਟ 32 ਮਿੰਟ ਕਿੰਨੇ ਵਜੇ ਉੱਥੇ ਗੱਡੀ ਜਿਹੜੀ ਵਾਟਰ ਕੈਨਨ ਵਜਰਾ ਦਾ ਜਿਹੜਾ ਬੁਲਾਇਆ ਜਾਂਦਾ, ਕਿੰਨੇ ਵਜੇ ਫੋਰਸਾਂ ਲੱਗਦੀਆਂ ਨੇ, ਕਿੰਨੇ ਵਜੇ ਬੱਸਾਂ ਲੱਗਣੀਆਂ ਸ਼ੁਰੂ, ਇਹ ਸਾਰੀ ਡਿਟੇਲਸ ਇਸ ਰਿਪੋਰਟ ਦੇ ਵਿੱਚ ਸੀ। ਸੋ ਇਹ ਪੂਰੀ ਗੱਲਬਾਤ ਸੀ। ਹੁਣ ਜਿਹੜਾ ਮੁੱਢਲਾ ਪੁਆਇੰਟ ਹੈ ਵੀ ਦੋ ਅਲੱਗ-ਅਲੱਗ ਫੁਟੇਜਸ ਨੇ, ਇੱਕ ਪੁਲਿਸ ਦੀ ਥਿਊਰੀ ਨੂੰ ਕੋਰੋਬੋਰੇਟ ਕਰ ਰਹੀ ਹੈ ਤੇ ਇੱਕ ਪ੍ਰਦਰਸ਼ਨਕਾਰੀਆਂ ਦੀ ਥਿਊਰੀ ਨੂੰ ਕੋਰੋਬੋਰੇਟ ਕਰ ਰਹੀ ਹੈ। ਬਹੁਤ ਸਾਡੇ ਵਿੱਚ ਐਸੇ ਲੋਕ ਨੇ ਜੋ ਕਿ ਇਹ ਐਜ਼ਿਊਮ ਕਰਕੇ ਚੱਲਦੇ ਨੇ ਵੀ ਪੁਲਿਸ ਹੀ ਉੱਥੇ ਗਲਤ ਸੀ। ਕੋਟਕਪੂਰੇ ਦੀ ਮੈਂ ਗੱਲ ਕਰ ਰਿਹਾ, ਮੈਂ ਬਹਿਬਲ ਕਲਾਂ ਦੀ ਗੱਲ ਨਹੀਂ ਕਰ ਰਿਹਾ। ਮੈਂ ਬਾਰ-ਬਾਰ ਇਸ ਚੀਜ਼ ਨੂੰ ਕਰੈਕਟ ਕਰਦਾ, ਲੋਕਾਂ ਨੂੰ ਫਰਕ ਨਹੀਂ ਪਤਾ। ਜੇ ਫਰਕ ਨਹੀਂ ਪਤਾ ਤਾਂ ਕਿਰਪਾ ਕਰਕੇ ਉਹ ਓਪੀਨੀਅਨਸ ਨਾ ਜਨਰੇਟ ਕੀਤੇ ਜਾਣ। ਲੇਕਿਨ ਕੋਟਕਪੂਰੇ ਦੀ ਘਟਨਾ ਦੇ ਵਿੱਚ ਬਹੁਤ ਪੁਲਿਸ ਦਾ ਬਹੁਤ ਨਹੀਂ, ਇਨਫੈਕਟ ਪੂਰਾ ਬਹੁਤ ਇੱਕ ਵੱਡਾ ਤਬਕਾ ਪੁਲਿਸ ਦਾ ਟੌਪ ਬਰਾਸ ਤੋਂ ਲੈ ਕੇ ਥੱਲੇ ਤੱਕ ਇਹ ਮੰਨਦਾ ਸੀ ਵੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਅਣਗਹਿਲੀ ਨਹੀਂ ਹੈ, ਕਮੀ ਨਹੀਂ ਹੈ, ਕੋਈ ਜ਼ਿਆਦਾ ਵਧੀਕੀ ਉਸ ਤਰੀਕੇ ਦੀ ਨਹੀਂ ਹੋਈ। ਤੇ ਇਹ ਜਿਹੜਾ ਚੌਂਕ ਹੈ ਮਹਿਜ਼ 15 ਮਿੰਟਾਂ ਦੇ ਵਿੱਚ ਖਾਲੀ ਕਰਾਇਆ ਗਿਆ। ਉਸ ਤੋਂ ਪਹਿਲਾਂ ਬਹੁਤ ਸੇ ਪੁਲਿਸ ਵਾਲੇ ਕੁੱਟੇ ਗਏ, ਫੱਟੜ ਹੋਏ। ਤਾਂ ਉਸ ਹਾਲਾਤ ਦੇ ਵਿੱਚ ਜੋ ਵੀ ਉਹਨਾਂ ਨੂੰ ਉਤਲੇ ਕਮਾਂਡ ਮਿਲੀ ਸੀ ਇਸ ਚੌਂਕ ਨੂੰ ਖਾਲੀ ਕਰਾਉਣ ਦੀ, ਉਹਨਾਂ ਨੇ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਮੁਕੰਮਲ ਕਰਤੀ। ਖੇਡ ਕਿੱਥੇ ਪੁਲਿਸ ਦਾ ਵਿਗੜਿਆ ਜਦੋਂ ਇਸ ਤੋਂ ਠੀਕ 2 ਘੰਟੇ ਬਾਅਦ ਬਹਿਬਲ ਕਲਾਂ ਦੇ ਵਿੱਚ ਜਾ ਕੇ ਚਰਨਜੀਤ ਸਿੰਘ ਸ਼ਰਮਾ ਜਿਹੜੇ ਉੱਥੇ ਆਪਣੇ SSP ਸਨ, ਜੋ ਕਿ ਜਿਨ੍ਹਾਂ ਨੂੰ ਉੱਥੇ ਡਿਊਟੀ 'ਤੇ ਬੁਲਾਇਆ ਗਿਆ ਸੀਗਾ, ਚਰਨਜੀਤ ਸ਼ਰਮਾ ਜਦੋਂ ਉੱਥੇ ਜਾ ਕੇ ਫਾਇਰਿੰਗ ਕਰ ਦਿੰਦੇ ਨੇ, 2 ਸਿੰਘ ਮਾਰ ਦਿੰਦੇ ਨੇ, ਤਾਂ ਉਹ ਪੂਰੀ ਗੱਲਬਾਤ ਕੰਪਾਊਂਡ ਹੋ ਗਈ। ਸ਼ਾਇਦ ਕੋਟਕਪੂਰੇ ਦੀ ਘਟਨਾ ਦੀ ਤਿਥੀ ਉਹ ਨਾ ਹੁੰਦੀ ਜੇ ਬਹਿਬਲ ਕਲਾਂ ਗੋਲੀ ਨਾ ਚੱਲੀ ਹੁੰਦੀ। ਸੋ ਇਹ ਸਮਝਣ ਦੀ ਬਾਰੀਕ ਗੱਲਬਾਤ ਹੈਗੀ ਹੈ। ਲੇਕਿਨ ਅੱਜ ਜਿਹੜੇ ਸਾਡੇ ਲੀਡਰ ਇਸ ਤਰੀਕੇ ਦੀਆਂ ਫੁਟੇਜਸ ਰਿਲੀਜ਼ ਕਰਕੇ ਕਹਿ ਰਹੇ ਨੇ, ਉਹ ਸਬੂਤ ਆਪਣੇ ਆਪ ਵਿੱਚ ਬਹੁਤ ਅਹਿਮ ਇੱਕ ਸਬੂਤ ਤਾਂ ਸੀ, ਲੇਕਿਨ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਸਾਹਿਬ ਦੀ ਕੋਈ ਵੱਡੀ ਮਹਾਰਤ ਨਹੀਂ ਜੀ, ਉਹਨਾਂ ਨੇ ਉਸ ਨੂੰ ਰਿਲੀਜ਼ ਕਰਤਾ ਸੀ। ਇਹ ਤਾਂ ਸਾਰੀਆਂ ਚੀਜ਼ਾਂ ਰਿਪੋਰਟ ਦੇ ਵਿੱਚ ਸ਼ਾਮਲ ਸਨ। ਵਿਧਾਨ ਸਭਾ ਦੇ ਵਿੱਚ ਜਦੋਂ ਰਿਪੋਰਟ ਰੱਖੀ ਜਾਂਦੀ ਹੈ, ਟੇਬਲ ਹੁੰਦੀ ਹੈ, ਬਹਿਸ ਹੁੰਦੀ ਹੈ, ਵਿਧਾਇਕਾਂ ਨੇ ਪੜ੍ਹੀ ਨਹੀਂ ਪੜ੍ਹੀ ਉਹਦੀ ਜਾਣਕਾਰੀ ਨਹੀਂ ਮੈਂ ਤੁਹਾਨੂੰ ਦੇ ਸਕਦਾ, ਜਾਂ ਉਹਨਾਂ ਨੂੰ ਉਹ ਤਾਂ ਵਿਧਾਇਕ ਹੀ ਜਾਣਦੇ ਨੇ ਉਹਨਾਂ ਨੇ ਕਿੰਨੀ ਕਿ ਅੰਗਰੇਜ਼ੀ ਦੀ ਰਿਪੋਰਟ ਨੂੰ ਪੜ੍ਹਿਆ। ਲੇਕਿਨ ਇਹ ਰਿਪੋਰਟ ਕੁਝ ਦਿਨ ਪਹਿਲਾਂ ਰਿਲੀਜ਼ ਹੋ ਗਈ ਸੀ। ਅਕਾਲੀ ਦਲ ਨੇ ਇਹਦੇ ਪਰਚੇ ਛਪਾ ਕੇ ਦੇ ਮੁਰਦਾਬਾਦ ਤੱਕ ਕਰਤੀ ਸੀ, ਉਹ ਰਿਪੋਰਟ ਨੂੰ ਰੱਦੀ ਦੇ ਭਾਅ ਵੇਚ ਤੱਕ ਦਿੱਤਾ ਸੀ। ਸੋ ਡਰਾਮੇਬਾਜ਼ੀ ਅਕਾਲੀ ਦਲ ਕਰ ਚੁੱਕਾ ਸੀ, ਤਾਂ ਹੀ ਉਹ ਅੱਜ ਕਹਿ ਰਹੇ ਨੇ ਵੀ ਸਬੂਤ ਦਿਖਾਓ। ਲੇਕਿਨ ਇਸ ਜਿਹੜੀ ਪੂਰੀ ਫੁਟੇਜਸ ਦੀ ਜਿਹੜੀ ਖੇਡ ਹੈ ਉਹਦੇ ਵਿੱਚ ਪੁਲਿਸ ਦਾ ਇੱਕ ਬਹੁਤ ਵੱਡਾ ਤਬਕਾ ਇਹ ਮੰਨਣ ਨੂੰ ਤਿਆਰ ਨਹੀਂ ਕਿ ਕੋਟਕਪੂਰਾ ਦੇ ਵਿੱਚ ਜੋ ਵੀ ਕੁਝ ਹੋਇਆ ਉਹਦੇ ਲਈ ਪੁਲਿਸ ਅਫਸਰ ਜਾਂ ਪੁਲਿਸ ਜਿਹੜੇ ਕਰਮਚਾਰੀ ਜ਼ਿੰਮੇਵਾਰ ਨੇ। ਕਿਉਂਕਿ ਜੇ ਪੁਲਿਸ ਨੂੰ ਅਸੀਂ ਜ਼ਿੰਮੇਵਾਰ ਉਸ ਦਾ ਮੰਨਦੇ ਹਾਂ ਤਾਂ ਪੁਲਿਸ ਦਾ ਜਿਹੜਾ ਮੋਰਾਲ ਹੈ ਉਹ ਥੱਲੇ ਡਿੱਗਦਾ ਹੈ। ਇਹ ਚੀਜ਼ ਇੱਕ ਬਹੁਤ ਵੱਡੇ ਟੌਪ ਤੋਂ ਲੈ ਕੇ ਈਵਨ DGP ਲੈਵਲ ਤੋਂ ਲੈ ਕੇ ਥੱਲੇ ਤੱਕ ਇਹ ਚੀਜ਼ ਪਰਕੋਲੇਟ ਕੀਤੀ ਹੋਈ ਸੀ ਵੀ ਪੁਲਿਸ ਉਨੀ ਗਲਤ ਕੋਟਕਪੂਰੇ ਵਿੱਚ ਨਹੀਂ ਸੀ ਜਿੰਨਾ ਕਿ ਉਸ ਨੂੰ ਪੇਂਟ ਕਰਤਾ ਗਿਆ ਬਾਅਦ ਦੇ ਵਿੱਚ। ਇਹ ਇੱਕ ਪੱਖ ਹੈ। ਤੇ ਉਹ ਜਿਹੜੀ ਫੁਟੇਜ ਹੈ ਜੋ ਪੁਲਿਸ ਦੇ ਹਲਕਿਆਂ ਤੋਂ ਆਉਂਦੀ ਹੈ ਉਹ ਵੀ ਕੁਝ ਹੱਦ ਤੱਕ ਇਸ ਥਿਊਰੀ ਨੂੰ ਕੁਝ ਹੱਦ ਤੱਕ ਕੋਰੋਬਰੇਟ ਕਰਦੀ ਹੈ, ਕਿਉਂਕਿ ਸਮਝਣਾ ਪੈਣਾ ਵੀ ਉੱਥੇ ਕੀ ਗੱਲਬਾਤ ਹੋ ਰਹੀ ਸੀ। ਲੇਕਿਨ ਉਹਦੇ ਸਰਟਨਲੀ ਜਿਹੜੀ ਹੈਂਡਲਿੰਗ ਹੋਈ ਸੀ, ਮੈਂ ਇਹ ਮੰਨਦਾ ਵੀ ਬਹਿਬਲ ਕਲਾਂ ਜਿੱਥੇ ਕਿ ਬਹੁਤ ਛੋਟੇ ਲੈਵਲ ਦਾ ਇੱਕ ਧਰਨਾ ਸੀ, ਮਹਿਜ਼ ਕੁਝ 100 ਲੋਕ ਉੱਥੇ ਬੈਠੇ ਸੀਗੇ, ਜਿੱਥੇ ਗੋਲੀ ਚੱਲ ਗਈ, 2 ਸਿੰਘਾਂ ਨੂੰ ਮਾਰਤਾ ਚਰਨਜੀਤ ਸ਼ਰਮਾ ਵਰਗੇ ਨਲਾਇਕ ਪੁਲਿਸ ਅਫਸਰਾਂ ਨੇ। ਉਸਦੇ ਮੁਕਾਬਲੇ ਕੋਟਕਪੂਰਾ ਦਾ ਜਿਹੜਾ ਬਿਲਡਅਪ ਸੀ, ਉੱਥੇ ਜਿਹੜਾ ਲੋਕਾਂ ਦੀ ਜਮਾਵੜਾ ਸੀ ਉਹ ਬਹੁਤ ਵੱਡਾ ਸੀ। ਤੇ ਜਿਸ ਤਰੀਕੇ ਨਾਲ ਪੁਲਿਸ ਨੇ ਉੱਥੇ ਹੈਂਡਲਿੰਗ ਕੀਤੀ, ਬੇਸ਼ੱਕ ਉਹਨਾਂ ਨੂੰ ਕੁੱਟਿਆ ਗਿਆ, 40 ਪੁਲਿਸ ਵਾਲੇ ਫੱਟੜ ਹੋਏ, ਕਈ ਐਸੇ ਪੁਲਿਸ ਵਾਲੇ ਸੀ ਜੋ ਅਜੇ ਤੱਕ ਬਹੁਤ ਬੁਰੀ ਪੋਜੀਸ਼ਨ ਦੇ ਵਿੱਚ ਹੈਗੇ ਨੇ, ਉਹਨਾਂ ਦੀ ਡਿਸੇਬਿਲਿਟੀਜ਼ ਕਈ ਸਾਲ ਤੱਕ ਠੀਕ ਨਹੀਂ ਹੋਈਆਂ। ਉਸ ਹਿਸਾਬ ਦੇ ਵਿੱਚ ਉਹ ਇੱਕ ਬਹੁਤ ਡਿਫਰੈਂਟ ਕਿਸਮ ਦਾ ਆਪਰੇਸ਼ਨ ਹੈ। ਮੈਂ ਉਸ ਨੂੰ ਇੰਨਾ ਖੂਨ ਖਰਾਬੇ ਵਾਲਾ ਆਪਰੇਸ਼ਨ ਘੱਟੋ ਘੱਟ ਨਹੀਂ ਮੰਨਦਾ। ਬੇਸ਼ੱਕ ਫਿਰ CCTV ਫੁਟੇਜ ਦੇ ਵਿੱਚ ਪਾਣੀ ਦੀਆਂ ਬੁਛਾੜਾਂ ਤੋਂ ਲੈ ਕੇ ਜੋ ਲਾਠੀ ਚਾਰਜ ਪੁਲਿਸ ਕਰ ਰਹੀ ਹੈ ਜਾਂ ਫਿਰ ਜੋ ਪੁਲਿਸ ਦੇ ਨਾਲ ਹੋ ਰਿਹਾ, ਉਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਨੇ। ਲੇਕਿਨ ਇਹ ਸਾਰੀ ਚੀਜ਼ਾਂ ਇੱਕ ਪਰਸਪੈਕਟਿਵ ਬਿਲਡ ਕਰਨ ਲਈ ਬਹੁਤ ਜ਼ਰੂਰੀ ਨੇ, ਕਿਉਂਕਿ ਸਿੱਕੇ ਦੇ ਦੋਵੇਂ ਪੱਖਾਂ ਨੂੰ ਦੇਖਣਾ ਸਮਝਣਾ ਜ਼ਰੂਰੀ ਹੈ। ਤੇ ਸ਼ਾਇਦ ਇਹੀ ਕਾਰਨ ਸੀ, ਜੋ ਮੈਂ ਬਾਰ-ਬਾਰ ਉਸ ਪੁਆਇੰਟ ਤੇ ਆ ਰਿਹਾ ਵੀ ਇਹੀ ਕਾਰਨ ਸੀ ਵੀ ਕੋਟਕਪੂਰਾ ਦੀ ਇਸ ਘਟਨਾ ਦੇ ਉੱਤੇ ਪੁਲਿਸ ਦੀ ਇੱਕ ਸੁਰਤਾ ਆ, ਪੂਰੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਇੱਕ ਸੁਰਤਾ ਵੀ ਇੱਥੇ ਆਪਾਂ ਆਪਣੇ ਆਪ ਨੂੰ ਗਲਤ ਨਹੀਂ ਸਾਬਤ ਹੋਣ ਦੇਣਾ। ਕਿਤੇ ਨਾ ਕਿਤੇ ਉਹ ਹਰ ਲੈਵਲ ਤੇ ਇਸ ਪੂਰੇ ਮਾਮਲੇ ਦੀ ਇੱਕ ਨਿਰਪੱਖ ਜਾਂਚ ਦੇ ਵਿੱਚ ਇੱਕ ਰੋੜਾ ਵੀ ਬਣੀ। ਤੇ ਉਤਲੇ ਲੈਵਲ ਤੋਂ ਲੈ ਕੇ ਥੱਲੜੇ ਲੈਵਲ ਦੇ ਅਫਸਰਾਂ ਨੇ ਕਿਤੇ ਨਾ ਕਿਤੇ ਲੁਕਾਉਣ ਦੀ ਚੀਜ਼ਾਂ ਨੂੰ ਕੋਸ਼ਿਸ਼ ਕੀਤੀ। ਇੱਕ ਪੁਲਿਸ ਅਫਸਰ ਹਿੰਮਤ ਕਰਕੇ ਸਾਹਮਣੇ ਆਇਆ, ਉਸ ਨੂੰ ਵੀ ਜਦੋਂ ਜਸਟਿਸ ਰਣਜੀਤ ਸਿੰਘ ਹੋਣਾ ਨੇ ਥੋੜ੍ਹੀ ਜਿਹੀ ਕੂਰੀਆਂ ਵੱਟੀਆਂ ਤੇ ਉਸ ਨੂੰ ਵੀ ਜਦੋਂ ਉਹਨਾਂ ਨੇ ਆਪਣੇ ਤਰੀਕੇ ਨਾਲ ਆਪਣੀ ਭਾਸ਼ਾ ਦੇ ਵੀ ਸਮਝਾਤਾ ਵੀ ਹੁਣ ਤੁਸੀਂ ਬਚੋਗੇ ਨਹੀਂ, ਕਿਉਂਕਿ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਮੁਨਕਰ ਨਹੀਂ ਹੋ ਸਕਦੇ, ਤੁਹਾਨੂੰ ਦੱਸਣਾ ਪੈਣਾ ਹੈ। ਤਾਂ ਉਸ ਅਫਸਰ ਨੇ ਜਿਸਨੇ ਕਿ ਇੱਕ ਤਰੀਕੇ ਨਾਲ ਆਪਾਂ ਕਹਿ ਦੇਣਗੇ ਬਾਅਦ ਦੇ ਵਿੱਚ ਕਮਿਸ਼ਨਰ ਦੀ ਮਦਦ ਹੀ ਕੀਤੀ ਤੇ ਇਹ ਫੁਟੇਜ ਜਿਹੜੀ ਸੀ ਸਪਲਾਈ ਕੀਤੀ, ਜਿਸ ਨੂੰ ਅੱਜ
ਅਨਫੋਰਚੂਨੇਟ ਹੈ ਵੀ ਸਾਡੇ ਸਿਆਸਤਦਾਨ, ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾ ਚੁੱਕਾ ਵੀ ਇਹ ਮਾਮਲਿਆਂ ਦੇ ਉੱਤੇ ਛੋਟੇ ਛੋਟੇ ਬਰਾਉਨੀ ਪੁਆਇੰਟ ਸਕੋਰ ਕਰਦੇ ਨੇ। ਮਤਲਬ ਕਿੰਨੀ ਇਹਨਾਂ ਦੀ ਵੱਡੀ ਸਿਆਸਤ ਹੈ ਵੀ ਅਸੀਂ ਇਹ ਚੀਜ਼ ਦਿਖਾਣੀ। ਇਹ ਦੇਖੋ ਕੋਟਕਪੂਰਾ ਦੀ ਜਿਹੜੀ ਫੁਟੇਜ ਹੈ ਉਹ ਮੁਕੰਮਲ ਸਬੂਤ ਨਹੀਂ ਹੈ। ਉਸ ਤੋਂ ਇੱਕ ਇਨਵੈਸਟੀਗੇਸ਼ਨ ਜਾਂ ਜਿਹੜੀ ਜਸਟਿਸ ਰਣਜੀਤ ਸਿੰਘ ਦੀ ਜਾਂਚ ਕਮਿਸ਼ਨ ਸੀ ਉਸਨੇ ਕੁਝ ਇਨਫਰੈਂਸਿਸ ਡਰਾ ਕਰੇ, ਯਾਨੀ ਕੁਝ ਕਨਕਲੂਜਨਸ ਕੱਢੀਆਂ। ਉਸ ਤੋਂ ਬਾਅਦ ਉਸ ਦੀ ਪੜਤਾਲ ਕਰਨੀ ਸੀ ਕੁੰਵਰ ਵਿਜੇ ਪ੍ਰਤਾਪ ਹੋਣਾ ਨੇ, ਜੋ ਕਿ ਉਹਨਾਂ ਨੇ ਕੀਤੀ ਤੇ ਚਲਾਨ ਪੇਸ਼ ਕੀਤੇ। ਉਸ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੇ ਇੱਕ ਨਵੀਂ FIR ਰਜਿਸਟਰ ਕਰ ਲਈ 129 ਨੰਬਰ। तो ये पूरी जी कहानी सी थोड़ी जी बदल गई। तो 2 FIR किते ना किते हाई कोर्ट के जाके क्लैश हुई, वो जोड़े बयानों की गलबात सी। पुलिस वाले 192 नंबर FIR जी कि उस दिन रजिस्टर हो गई सी 2015 के, जी 129 नंबर 2018 रजिस्टर होंगी है। तो उन्होंने जोड़े फर्क से या जोड़े बयानों का फर्क से किते ना किते फायदा जोड़ा है एक्यूज़ड चक गए या फायदा उठाने में कामयाब हो गए। लेकिन इस पूरी रिपोर्ट का मकसद ये सी कि थोनों असीं जाणू करा ਸਕੀਏ ਕਿ ਇਹ ਲੀਡਰ ਜਿਸ ਨੂੰ ਸਬੂਤ, ਜਿਹੜਾ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਤਤਕਾਲੀ ਡਿਪਟੀ ਚੀਫ ਮਿਨਿਸਟਰ ਅੱਜ ਸਬੂਤ ਮੰਗ ਰਿਹਾ ਵੀ ਮੇਰੇ ਖਿਲਾਫ ਸਬੂਤ ਲਿਆਓ, ਤੇ ਉਹਦੇ ਤਾਂ ਸਬੂਤ ਸਿਰਫ ਇਹੀ ਸੀ ਵੀ ਉਹਨਾਂ ਨੇ ਸਥਿਤੀ ਨੂੰ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਨਹੀਂ ਕੀਤਾ। ਦੂਸਰਾ ਜਿਹੜਾ ਸਬੂਤ ਸੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਬਤੌਰ ਇੱਕ ਚੀਫ ਮਿਨਿਸਟਰ ਕੁੰਵਰ ਵਿਜੇ ਪ੍ਰਤਾਪ ਉਹਨਾਂ ਕੋਲ ਜਾਂਦੇ ਨੇ, ਪੁੱਛਗਿੱਛ ਕਰਨ ਲਈ ਜਾਂਦੇ ਨੇ, ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ। ਬਹੁਤ ਸੇ ਮੁੱਦਿਆਂ ਉੱਤੇ ਉਹਨਾਂ ਦੇ ਜਿਹੜੇ ਰਿਪਲਾਈ ਸੀ ਬੜੇ ਇਵੇਸਿਵ ਸੀ, ਉਹਨਾਂ ਨੇ ਖੁੱਲ੍ਹ ਕੇ ਗੱਲ ਨਹੀਂ ਕੀਤੀ। मोटी मोटी गल्लां खुद कहते रहे ने। नहीं तो सुखबीर सिंह बादल अज जेडे कि कई महीनों बाद, कई महीने नहीं रादर कई सालों बाद, मैं तुहानूं ये कह सकदा ऑन रिकॉर्ड कि इस बेदबी के मुद्दे ते उन्हां दी जिहड़ी चुप्पी टुटी है बहुत सालों बाद टुटी है। वो भी तदों जदों कि हाई कोर्ट के अज ऑर्डर किते ना किते लगता भी शायद सानू उन्होंने क्लीन चिट मिल ही दी है, हाई कोर्ट ने तो साफ तौर पर क्लीन चिट देती है। सो उन्होंने भी इन्नी हिम्मत हो गई, नहीं तो पिछले लगभग 5 या 6 साल इन्हों की आवाज़ नहीं सी निकलती इस मुद्दों उत्ते। 2018 तो बाद खास करके जो विधान सभा या जस्टिस कमीशन रणजीत सिंह कमीशन की रिपोर्ट जो फाइल हुई सी, बादलों की या अकाली दल की लीडरशिप की आवाज़ नहीं उतरती सी, निकलती सी। तो इन्हों की जी बयानबाजी से उन्होंने सैकेंड रंग के लीडर करते सी या कर रहे है नहीं। लेकिन सुखबीर बादल चैलेंज करते हैं, नवजोत दिखा देंगे ने। लेकिन असली जी कोटकपूरे की घटना सी वो 4 ਵੱਖ-ਵੱਖ CCTV कैमरेज की या फिर पुलिस की वो वर्जन है, पुलिस जोड़े कर्मचारी अपने मोबाइलों के नाल उस वक्त उन्होंने रिकॉर्ड कर रहे सन। ये 2 अलग-अलग तस्वीरां ने जो कि किते ना किते सानू भी असीं मन्नीए भी देखो अदालतां ने अपना काम करना सी, करता काम की करना सी। उन्होंने तो इस पूरे मामले को एक तरीके नाल बंद ही करता, तो कहते दोबारा रीइन्वेस्टिगेशन करो। जोरा सिंह कमीशन ने खास तौर पर कोटकपूरा ਜਿਹੜਾ ਕਾਂਡ ਸੀ ਜਾਂ ਕੋਟਕਪੂਰਾ ਦੀ ਚੌਂਕ ਦੀ ਘਟਨਾ ਦੀ ਬਹੁਤ ਗਹਿਰਾਈ ਦੇ ਵਿੱਚ ਜਾਂਚ ਕੀਤੀ ਸੀ। ਇਨਫੈਕਟ ਉਹ ਬਹੁਤ ਜ਼ਿਆਦਾ ਇੱਕ ਟੈਕਨੀਕਲ ਲੈਵਲ ਦੀ ਜਾਂਚ ਸੀ, ਲੇਕਿਨ ਉਸ ਦੇ ਉੱਤੇ ਜ਼ਿਆਦਾ ਚਰਚਾ ਨਹੀਂ ਹੋ ਪਾਈ ਕਿਉਂਕਿ ਉਹਦੀ ਕੋਈ ਪੋਲੀਟੀਕਲ ਓਵਰਟੋਨਸ ਨਹੀਂ ਸਨ। ਲੇਕਿਨ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕੋਟਕਪੂਰਾ ਦੀ ਘਟਨਾ ਦੀ ਜਾਂਚ ਕਰਦੇ ਨੇ, ਤੇ ਉਹ ਸਾਰੇ ਜਿਹੜੇ ਪੁਲਿਸ ਅਫਸਰ ਉਹਨਾਂ ਦੇ ਸਾਹਮਣੇ ਪੇਸ਼ ਹੋਏ, ਅਮਰ ਸਿੰਘ ਚਾਲ ਤੋਂ ਲੈ ਕੇ ਰਣਬੀਰ ਸਿੰਘ ਖੱਟੜਾ ਤੋਂ ਲੈ ਕੇ ਹੋਰ ਜਿਹੜੇ ਅਫਸਰਾਂ ਨੂੰ ਉਹਨਾਂ ਨੇ ਨੋਟਿਸ ਦਿੱਤੇ ਜਾਂ ਕਈ ਅਫਸਰ ਪੇਸ਼ ਹੀ ਨਹੀਂ ਹੋਏ। ਸੁਮੇਧ ਸਿੰਘ ਸੈਣੀ ਨੂੰ ਲਗਭਗ ਉਹਨਾਂ ਨੇ 12 ਸਵਾਲ ਭੇਜੇ ਸਨ ਅਲੱਗ-ਅਲੱਗ ਸਿਚੁਏਸ਼ਨਸ ਦੇ ਵਿੱਚ। ਉਹ ਸਾਰੇ ਸਵਾਲਾਂ ਦੇ ਜਵਾਬ ਉਸ ਤਰੀਕੇ ਨਾਲ ਨਹੀਂ ਹੈ, ਇਵੇਸਿਵ ਹੋ ਰਿਹਾ। ਸੁਮੇਧ ਸਿੰਘ ਸੈਣੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਸਾਹਮਣੇ ਪੇਸ਼ ਤੱਕ ਨਹੀਂ ਹੋਇਆ। ਸੋ ਉਹ ਜਿਹੜੀ ਸਾਰੀ ਗੱਲਾਂ ਬਾਤਾਂ ਹੋਈਆਂ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਸਮਝਣ ਨੂੰ ਸਾਨੂੰ ਜ਼ਰੂਰ ਮਿਲ ਰਿਹਾ ਹੈ ਕਿ ਇਹ ਜਿਹੜਾ ਪੂਰਾ ਕੋਟਕਪੂਰਾ ਚੌਂਕ ਦੀ ਘਟਨਾ ਸੀ, ਇਸ ਨੂੰ ਇੱਕ ਬਹੁਤ ਹੀ ਇੱਕ ਨਿਰਪੱਖ ਤਰੀਕੇ ਨਾਲ ਦੇਖਣ ਸਮਝਣ ਤੇ ਕੋਖਣ ਦੀ ਲੋੜ ਹੈ, ਕਿਉਂਕਿ ਇੱਕ ਪੁਲਿਸ ਦੇ ਵਰਜਨ ਉਸ ਦੀ ਕਹਾਣੀ ਨੂੰ ਵੀ ਸਮਝਣਾ ਪੈਣਾ। ਇਹ ਮਾਈਂਡ ਦੇ ਵਿੱਚ ਬਣਾ ਕੇ ਨਹੀਂ ਚੱਲਿਆ ਜਾ ਸਕਦਾ ਵੀ ਨੈਸੈਸਰਲੀ ਪੁਲਿਸ ਹੀ ਗਲਤ ਸੀ ਜਾਂ ਨੈਸੈਸਰਲੀ ਪੁਲਿਸ ਨੇ ਵਾਅਦਾ ਖਿਲਾਫੀ ਕੀਤੀ। ਇਸ ਚੀਜ਼ ਦਾ ਜ਼ਿਕਰ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਰਿਪੋਰਟ ਕਰਦੀ ਹੈ ਤੇ ਉਹ ਪੁਲਿਸ ਨੂੰ ਬੁਰੀ ਤਰ੍ਹਾਂ ਇੰਡਾਈਟ ਵੀ ਕਰਦੀ ਹੈ। ਲੇਕਿਨ ਦੂਸਰੇ ਪੱਖੋਂ ਜੇ ਦੇਖੀਏ, ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਪੱਖੋਂ ਦੇਖੀਏ ਜਾਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਵੀ ਪੁਲਿਸ ਵਾਲੇ ਉਸ ਪੂਰੀ ਘਟਨਾ ਨੂੰ ਲੁਕਾਉਣ ਦੀ ਕਿਉਂ ਇੰਨੇ ਮਹੀਨੇ ਤੱਕ ਇੰਨੇ ਸਾਲਾਂ ਤੱਕ ਕੋਸ਼ਿਸ਼ ਕਰਦੇ ਰਹੇ। ਉਹ ਜਿਹੜੀ CCTV ਕੈਮਰੇ ਸਨ, ਇਹ ਕਿਹਾ ਗਿਆ ਇੱਕ ਤੂੜੀ ਵਾਲੇ ਭਰੇ ਹੋਏ ਟਰੱਕ ਨੇ ਇੱਕ ਕੈਮਰਾ ਤੋੜਤਾ। ਫਿਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਅਗਲਾ ਸਵਾਲ ਕੀਤਾ ਵੀ ਇੱਕ ਕੈਮਰਾ ਟੁੱਟ ਗਿਆ ਤਾਂ ਦੂਸਰੇ ਪਾਸੇ ਵਾਲਾ ਕੈਮਰਾ ਕੀਤਾ, ਉਹ ਕਹਿੰਦੇ ਉਹ ਵੀ ਗਾਇਬ ਹੋ ਗਿਆ ਜੀ, ਇੱਕ ਖਰਾਬ ਸੀਗਾ ਉਹ ਮਕੈਨਿਕ ਨੂੰ ਦਿੱਤਾ ਸੀ। ਇਸ ਕਿਸਮ ਦੇ ਬਹਾਨੇਬਾਜ਼ੀਆਂ ਪੁਲਿਸ ਕਰਦੀ ਰਹੀ। ਸੋ ਪੁਲਿਸ ਦੇ ਵਿੱਚ ਇੱਕ ਨੋ ਮਿਸਟੇਕ ਸਿੰਡਰੋਮ ਜਿਹੜਾ ਸੀਗਾ, ਤੇ ਆਪਸ ਵਿੱਚ ਸਾਰੀ ਪੁਲਿਸ ਇਕੱਠੀ ਹੋ ਚੁੱਕੀ ਸੀ। ਉਹਨਾਂ ਨੇ ਇੱਕ ਦੂਸਰੇ ਨਾਲ ਸਲਾਹ ਕਰ ਲਈ ਸੀ। ਥਾਣੇ ਦਾ ਜਿਹੜਾ ਕੋਟਕਪੂਰੇ ਦਾ SHO ਤਤਕਾਲੀ ਰਿਹਾ ਸੀ, ਬਾਅਦ ਦੇ ਵਿੱਚ ਉਹ ਹਟ ਗਿਆ ਗੁਰਦੀਪ ਸਿੰਘ ਪੰਡੇਰ, ਜੋ ਕਿ ਫਾਈਨਲੀ ਹਾਈ ਕੋਰਟ 'ਚ ਪੁੱਜਾ। ਉਸ ਤੋਂ ਲੈ ਕੇ ਉੱਤੇ ਤੇ ਥੱਲੇ ਤੇ ਉਮਰਾ ਨੰਗਲ ਤੋਂ ਲੈ ਕੇ ਸੁਮੇਧ ਸਿੰਘ ਸੈਣੀ, ਇਹ ਸਭ ਨੇ ਇੱਕ ਰਾਏ ਬਣਾ ਲਈ ਸੀ ਵੀ ਘੱਟੋ ਘੱਟ ਜਾਣਕਾਰੀ ਇਸ ਮੁਤਲਕ ਆਪਾਂ ਸ਼ੇਅਰ ਕਰਨੀ ਹੈ। ਤੇ ਆ ਜਿਹੜੀ CCTV ਫੁਟੇਜਸ ਨੇ, ਕਿਉਂਕਿ ਕੈਮਰਾ ਤਾਂ ਕਿਸੇ ਦਾ ਦੇਖੋ ਨਾ ਖਾਸ ਹੁੰਦਾ ਨਹੀਂ, ਕਿਸੇ ਦਾ ਵਫਾਦਾਰ ਨਹੀਂ ਹੁੰਦਾ। ਕੈਮਰੇ ਨੇ ਤਾਂ ਉਹ ਦਿਖਾਣਾ ਜੋ ਉਹਦੇ 'ਚ ਆ ਗਿਆ। ਸੋ ਕੈਮਰੇ ਦੇ ਵੀ ਜਿਹੜੀਆਂ ਚੀਜ਼ਾਂ ਆਈਆਂ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਪੁਲਿਸ ਨੇ ਕਈ ਸਾਲ ਤੱਕ ਲੁਕੋ ਕੇ ਰੱਖਿਆ, ਜਦ ਤੱਕ ਉਹ ਫਿਰ ਫਾਈਨਲੀ ਪੁਲਿਸ ਅਫਸਰ ਨੇ ਹੀ ਰਣਜੀਤ ਸਿੰਘ ਕਮਿਸ਼ਨ ਦੇ ਸਾਹਮਣੇ ਉਹ ਪੇਸ਼ ਨਹੀਂ ਕੀਤੀ ਜਾਂ ਉਸ ਨੂੰ ਪੋਸਟ ਨਹੀਂ ਕੀਤਾ। ਤੇ ਆਖਿਰ ਇਸ ਜਿਹੜੀ CCTV ਫੁਟੇਜ ਦੇ ਵਿੱਚ ਜੋ ਕੁਝ ਹੈ ਤੇ ਜੋ ਪੁਲਿਸ ਦੀ ਜਿਹੜੀ ਫੁਟੇਜ ਜਾਰੀ ਕੀਤੀ ਗਈ ਸੀ, ਉਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਕੋਈ ਕੰਕਲੂਸਿਵ ਪਿਕਚਰ ਅਜੇ ਵੀ ਬਣਦੀ ਨਜ਼ਰ ਨਹੀਂ ਆ ਰਹੀ ਹੈ। ਇਹ ਸਮਝਣ ਵਾਲੀ ਗੱਲ ਹੈ ਵੀ ਇਹ ਕੰਕਲੂਡ ਕਰ ਲੈਣਾ ਵੀ ਨਹੀਂ ਪੁਲਿਸ ਹੀ ਸਹੀ ਸੀ ਜਾਂ ਪੁਲਿਸ ਹੀ ਗਲਤ ਸੀ ਜਾਂ ਫਿਰ ਪ੍ਰਦਰਸ਼ਨਕਾਰੀ ਬਿਲਕੁਲ ਠੀਕ ਸੀ ਜਾਂ ਉਹ ਗਲਤ ਸਨ, ਇਹ ਦੋਵੇਂ ਅਲੱਗ-ਅਲੱਗ ਗੱਲਾਂ ਨੇ।
ਹਾਂ, ਪੂਰੀ ਸਥਿਤੀ ਨੂੰ ਹੈਂਡਲ ਕਰਨ ਦੇ ਵਿੱਚ ਇੱਕ ਬੜੀ ਵੱਡੀ ਕੋਤਾਹੀ ਰਹੀ। ਜਿਹੜੇ ਉੱਥੇ ਅਫਸਰ ਹੈਂਡਲ ਕਰ ਰਹੇ ਸਨ ਉਹ ਆਪਣੇ ਕੀ ਆਕਾਵਾਂ ਨੂੰ ਪਲੀਜ਼ ਕਰਨ ਦੇ ਚੱਕਰ ਵਿੱਚ ਇੱਕ ਓਵਰ ਡਰਾਈਵ ਦੇ ਵਿੱਚ ਸਨ, ਜਿਸ ਦਾ ਸਦਕਾ ਉਹਨਾਂ ਨੇ ਇੱਕ ਚੌਂਕ ਨੂੰ ਛੇਤੀ ਤੋਂ ਛੇਤੀ ਖਾਲੀ ਕਰਾਉਣ ਨੂੰ ਹੀ ਆਪਣੀ ਪ੍ਰਾਥਮਿਕਤਾ ਮੰਨਿਆ। ਤੇ ਫਿਰ ਦੂਸਰੇ ਪਾਸੇ ਉਹ ਪੁਲਿਸ ਵਾਲਿਆਂ ਦਾ ਕੀ, ਜਿਨ੍ਹਾਂ ਦੀ ਇੰਨੀਆਂ ਕੁੱਟ ਮਾਰ ਜਿਨ੍ਹਾਂ ਨਾਲ ਹੋਈ, ਜਿਨ੍ਹਾਂ ਦੇ ਹੱਡ ਗੋਡੇ ਇੰਨੇ ਤੋੜੇ ਗਏ, ਉਹ ਵੀ ਇੱਕ ਘਟਨਾਕ੍ਰਮ ਦਾ ਹਿੱਸਾ। ਉਸ ਨੂੰ ਵੀ ਕਿਵੇਂ ਇਗਨੋਰ ਕੀਤਾ ਜਾ ਸਕਦਾ? ਇਕੱਲਾ ਇੱਕ ਪੱਖ ਹੀ ਕਿਉਂ ਦੇਖਿਆ ਜਾਵੇ, ਦੂਸਰਾ ਪੱਖ ਕਿਉਂ ਨਾ ਦੇਖਿਆ ਜਾਵੇ? ਸੋ ਇਹ ਸਾਰੀ ਰੈਮੀਫਿਕੇਸ਼ਨਸ ਨੇ। ਇਸ ਸਭ ਦੇ ਚੱਲਦੇ ਹੋਏ ਕੋਟਕਪੂਰਾ ਦੀ ਇਹ ਘਟਨਾ, ਜੋ ਕਿ ਐਡੀ ਵੱਡੀ ਉਸ ਤਰੀਕੇ ਦੀ ਘਟਨਾ ਨਹੀਂ ਸੀ, ਲੇਕਿਨ ਕਿਉਂਕਿ ਇਹਦੀ CCTV ਫੁਟੇजेस ਮੌਜੂਦ ਸਨ, ਸੋ ਅੱਜ ਸਾਨੂੰ ਜਦੋਂ ਵੀ ਅਸੀਂ ਬੇਅਦਬੀ ਦਾ ਜ਼ਿਕਰ ਕਰਦੇ ਹਾਂ ਜਾਂ ਫਾਇਰਿੰਗ ਦੇ ਮਾਮਲਿਆਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਕੋਟਕਪੂਰਾ ਨਜ਼ਰ ਆਉਂਦਾ ਹੈ, ਕਿਉਂਕਿ ਉਹ ਫੁਟੇਜ ਰਿਟਰੀਵ ਕਰ ਲਈ ਗਈ। ਬਹਿਬਲ ਕਲਾਂ ਦੇ ਵਿੱਚ ਜੋ ਕੁਝ ਹੋਇਆ ਉਸ ਤੋਂ ਬਹੁਤ ਜ਼ਿਆਦਾ ਮਾੜਾ ਸੀ। ਉੱਥੇ ਖੂੰਦੀ ਖੇਡ ਖੇਡਿਆ ਗਿਆ, ਉੱਥੇ ਗੋਲੀਆਂ ਚੱਲੀਆਂ, ਸੌਲਟਾਂ ਤੋਂ ਜਿਹੜੇ ਸਿੰਘਾਂ ਨੂੰ ਮਾਰਿਆ ਗਿਆ, ਲੇਕਿਨ ਉਹਦੀ ਇੱਕ ਤਸਵੀਰ ਤੱਕ ਜਿਹੜੀ ਅੱਜ ਤੱਕ ਤੁਸੀਂ ਕਦੀ TV ਤੇ ਨਹੀਂ ਦੇਖੀ ਹੋਣੀ। ਸੋ ਜਿਹੜੀਆਂ ਤਸਵੀਰਾਂ ਤੁਸੀਂ ਦੇਖਦੇ ਹੋ ਕੋਟਕਪੂਰਾ ਦੀਆਂ ਤਸਵੀਰਾਂ ਨੇ, ਕਦੇ ਵੀ ਬਹਿਬਲ ਕਲਾਂ ਦੀ ਕੋਈ ਫੁਟੇਜ ਜਾਂ ਕੋਈ ਤਸਵੀਰ ਜਿਹੜੀ ਸਾਹਮਣੇ ਨਹੀਂ ਆਈ ਜਾਂ ਉਸ ਨੂੰ ਆਉਣ ਨਹੀਂ ਦਿੱਤਾ ਗਿਆ, ਤੇ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਵੀ ਉੱਥੋਂ ਕੁਝ ਇਹੋ ਜਿਹਾ ਐਵੀਡੈਂਸ ਨਹੀਂ ਕ੍ਰੀਏਟ ਹੋ ਪਾਇਆ। ਬਹਰਹਾਲ ਇਹ ਤਾਂ ਕਮਿਸ਼ਨਾਂ ਨੇ ਜਾਂ ਫਿਰ ਸਿੱਟ ਜਿਹੜੀਆਂ ਜਾਂਚ ਕਰ ਰਹੀਆਂ ਨੇ ਉਹਨਾਂ ਨੇ ਇਸ ਚੀਜ਼ ਦੀ ਘੋਖ ਕਰਨੀ ਹੈ। ਤੇ ਜੋ ਅਦਾਲਤ ਦੇ ਵਿੱਚ ਹੋਇਆ ਹੈ, ਜਿਸ ਤਰੀਕੇ ਨਾਲ ਇਹ ਕੇਸ ਜਾਂ ਸਿੱਟ ਟੁੱਟਦੀ ਹੋਈ ਨਜ਼ਰ ਆਈ ਹੈ, ਟੁੱਟ ਗਈ ਹੈ, ਨਵੀਂ ਸਿੱਟ ਹੁਣ ਇਸ ਪੂਰੇ ਮਾਮਲੇ ਨੂੰ ਇੱਕ ਨਵੇਂ ਸਿਰੇ ਤੋਂ ਵੇਖਦੀ ਹੈ। ਲੇਕਿਨ ਇੱਕ ਚੀਜ਼ ਨੂੰ ਮੰਨਣਾ ਪੈਣਾ ਵੀ ਪੰਜਾਬ ਪੁਲਿਸ ਦਾ ਇੱਕ ਬਹੁਤ ਵੱਡਾ ਤਬਕਾ ਕੋਟਕਪੂਰਾ ਦੀ ਘਟਨਾ ਦੇ ਵਿੱਚ ਪੁਲਿਸ ਨੂੰ ਉਹਨਾਂ ਗਲਤ ਨਹੀਂ ਮੰਨਦਾ, ਤੇ ਇਹੀ ਕਾਰਨ ਹੈ, ਇਹੀ ਮਾਨਸਿਕਤਾ ਦਾ ਸਦਕਾ ਆਪਾਂ ਸਮਝ ਸਕਦੇ ਹਾਂ ਕੋਟਕਪੂਰਾ ਮਾਮਲੇ ਦੇ ਵਿੱਚ ਪੁਲਿਸ ਦਾ ਇੱਕ ਜਿਹੜਾ ਫਿਕਸ ਸਟੈਂਡ ਹੈ, ਉਸਨੇ ਆਪਣੇ ਬਹੁਤ ਸੇ ਅਫਸਰਾਂ ਨੂੰ ਜਾਂ ਬਹੁਤ ਸੇ ਕਰਮਚਾਰੀਆਂ ਨੂੰ ਸਹੀ ਹੀ ਸਾਬਤ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ। ਤੇ ਇਸ ਪੱਖੋਂ ਕੁੰਵਰ ਵਿਜੇ ਪ੍ਰਤਾਪ ਨੂੰ ਸ਼ਾਬਾਸ਼ੀ ਵੀ ਦੇਣੀ ਬਣਦੀ ਹੈ ਕਿ ਜੇ ਉਹਨਾਂ ਨੇ ਆਪਣੇ ਪੁਲਿਸ ਦੀ ਪੂਰੀ ਫੋਰਸ ਦੇ ਸੈਂਟੀਮੈਂਟ ਦੇ ਖਿਲਾਫ ਜਾ ਕੇ ਇਸ ਇਨਕੁਆਇਰੀ ਨੂੰ ਅੱਗੇ ਤੋਰਿਆ। ਹੁਣ ਭਾਵੇਂ ਜਿਵੇਂ ਅਦਾਲਤ ਕਹਿ ਰਹੀ ਹੈ ਵੀ ਇਹਦੇ ਪਿੱਛੇ ਦੇ ਕੋਈ ਮਫਾਦ ਹੋਣਗੇ ਜਾਂ ਕੁੰਵਰ ਵਿਜੇ ਪ੍ਰਤਾਪ ਨੇ ਇਹ ਚੀਜ਼ਾਂ ਕਿਉਂ ਕੀਤੀਆਂ ਜਾਂ ਥੀਏਟਰਿਕਸ ਜੋ ਵੀ ਗੱਲਾਂ ਬਾਤਾਂ, ਈਵਨ ਮੈਂ ਵੀ ਬਹੁਤ ਕ੍ਰਿਟੀਕਲੀ ਇੱਕ ਰਿਪੋਰਟ ਦਿੱਤੀ ਹੈ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੇ ਕੰਮ ਕਰਨ ਬਾਰੇ ਜਾਂ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ, ਲੇਕਿਨ ਉਹਨਾਂ ਨੂੰ ਇਹ ਸ਼ਾਬਾਸ਼ੀ ਬਣਦੀ ਹੈ ਉਹਨਾਂ ਨੇ ਇੱਕ ਬਹੁਤ ਓਵਰਵੈਲਮਿੰਗ ਜਿਹੜਾ ਪੁਲਿਸ ਦਾ ਸੈਂਟੀਮੈਂਟ ਸੀ ਜਾਂ ਪੁਲਿਸ ਫੋਰਸ ਦੇ ਵਿੱਚ ਸੈਂਟੀਮੈਂਟ ਸੀ ਵੀ ਆਪਣੀ ਫੋਰਸ ਨੂੰ ਆਪਾਂ ਕਦੇ ਵੀ ਗਲਤ ਨਹੀਂ ਸਾਬਤ ਹੋਣ ਦੇਣਾ। ਤੇ ਪੁਲਿਸ ਦੇ ਵਿੱਚ ਇੱਕ ਬੇਸਿਕ ਜਿਹੜਾ ਉਹਦਾ ਕਲਚਰ, ਉਹਦੀ ਬੇਸਿਕ ਮਾਨਸਿਕਤਾ ਹੀ ਹੈ ਵੀ ਪੁਲਿਸ ਵਾਲਾ ਆਪਣੇ ਸਾਥੀ ਨੂੰ, ਆਪਣੇ ਨਾਲ ਦੀ ਫੋਰਸ ਨੂੰ ਕਦੇ ਵੀ ਗਲਤ ਸਾਬਤ ਨਹੀਂ ਹੋਣ ਦੇਣਾ ਚਾਹੁੰਦਾ। ਤੇ ਉਹੀ ਇੱਕ ਜਿਹੜੀ ਮਾਨਸਿਕਤਾ ਇਸ ਕੇਸ ਦੇ ਵਿੱਚ ਡੇ 1 ਤੋਂ ਨਜ਼ਰ ਆਈ ਹੈ। ਲੇਕਿਨ ਜੇ ਕੁੰਵਰ ਵਿਜੇ ਪ੍ਰਤਾਪ ਨੇ ਕਈ ਚੀਜ਼ਾਂ ਆਪਣੀ ਪੁਲਿਸ ਫੋਰਸ ਦੇ ਉਲਟ ਜਾ ਕੇ ਕੀਤੀਆਂ ਨੇ ਤਾਂ ਉਹ ਫਿਰ ਸ਼ਲਾਘਾ ਦੇ ਪਾਤਰ ਵੀ ਨੇ। ਲੇਕਿਨ ਐਟ ਦ ਸੇਮ ਟਾਈਮ ਵੀ ਹੈਵ ਟੂ ਟੇਕ ਆਲ ਦਿਸ ਵਿਦ ਅ ਪਿੰਚ ਆਫ ਸਾਲਟ ਟੂ ਦ ਐਕਸਟੈਂਟ ਕਿ ਆਪਾਂ ਇਹ ਜ਼ਰੂਰ ਸਮਝੀਏ ਵੀ ਦੋਵੇਂ ਪੱਖ, ਸਿੱਕੇ ਦੇ ਦੋਵੇਂ ਪਹਿਲੂ ਦੇਖਣ ਦੀ ਕੋਸ਼ਿਸ਼ ਕਰੀਏ, ਆਪਣੀ ਰਾਏ ਬਣਾ ਕੇ ਮਾਈਂਡ ਦੇ ਵਿੱਚ ਧਾਰ ਕੇ ਜਜਮੈਂਟਾਂ ਪਹਿਲਾਂ ਆਪਾਂ ਆਪਣੇ ਮਾਈਂਡ ਦੇ ਵਿੱਚ ਜਾਂ ਆਪਣੇ ਜ਼ਿਹਨ ਦੇ ਵਿੱਚ ਲਿਖ ਦਿੰਦੇ ਹਾਂ, ਉਸ ਤੋਂ ਬਾਅਦ ਆਪਾਂ ਇਨਵੈਸਟੀਗੇਸ਼ਨ ਜਾਂ ਤਫਤੀਸ਼ਾਂ ਸ਼ੁਰੂ ਕਰਾਂਗੇ ਤੇ ਫਿਰ ਉਹੀ ਨਤੀਜਿਆਂ ਵੱਲ ਅਸੀਂ ਵੱਧਦੇ ਹੋਏ ਨਜ਼ਰ ਆਵਾਂਗੇ ਜੋ ਕਿ ਸਾਡੇ ਮਾਈਂਡ ਦੇ ਵਿੱਚ ਪਹਿਲਾਂ ਤੋਂ ਛਪੇ ਹੋਏ ਨੇ, ਜੋ ਅਸੀਂ ਆਪਣੀ ਜਿਹਨੂੰ ਕਹਿੰਦੇ ਆਪਣੇ ਮਾਈਂਡ ਦੇ ਬਾਇਸਿਸ ਹੈਗੇ ਨੇ, ਆਪਣੇ ਮਾਈਂਡ ਦੀ ਇੱਕ ਪ੍ਰੀ ਆਕੂਪੇਸ਼ਨਸ ਆਫ ਮਾਈਂਡ ਹੁੰਦੀਆਂ ਨੇ, ਆਪਣੇ ਮਾਈਂਡ ਦੀ ਪਹਿਲਾ ਇੱਕ ਬੈਂਟ ਹੁੰਦਾ, ਉਹਦਾ ਇੱਕ ਝੁਕਾਅ ਹੁੰਦਾ ਹੈ। ਉਸ ਝੁਕਾਅ ਦੇ ਉੱਤੇ ਅਸੀਂ ਇੱਕ ਥਿਊਰੀ ਬਣਾ ਕੇ ਫਿਰ ਉਸ ਨੂੰ ਸਹੀ ਸਾਬਤ ਕਰਨ ਲਈ ਉਹਦੇ ਵੱਲ ਵੇਖਦੇ ਹਾਂ ਤੇ ਦੂਸਰੇ ਬਾਕੀ ਸਾਰੀ ਚੀਜ਼ਾਂ ਜਿਹੜੀਆਂ ਕੰਟਰਾਡਿਕਟ ਕਰਦੀਆਂ ਨੇ ਸਾਡੀ ਸੋਚ ਨੂੰ, ਉਹਨਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕਰਦੇ ਜਾਂਦੇ ਹਾਂ। ਤੇ ਇਹੀ ਹੋਇਆ ਵੀ ਕੁਛ ਹੱਦ ਤੱਕ। ਤੇ ਹਾਈ ਕੋਰਟ ਨੇ ਜਿਹੜਾ ਆਰਡਰ ਦਿੱਤਾ ਉਹਦੇ 'ਚ तमाम कमियां खामियां ने। मैं 11 नुकसां की गल की है। मैं ठोक के सब तो पहला 11 नुकसां नूं अपने वीडियो के सब तो पहला नशर किया, अज तो लगभग 1 महीना पहला नशर किया। लेकिन एट द सेम पॉइंट इन टाइम उस हाई कोर्ट के ऑर्डर दे जे आपां इन्हां मैरिट्स के जाना चाहिए, फैक्ट्स की मैरिट के जाना चाहिए, तो यह गल बिल्कुल ठीक हाई कोर्ट ने ऑब्जर्व की भी ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਬਹੁਤ ਡਿਸਪੈਸ਼ਨੇਟਲੀ ਦੇਖਿਆ ਜਾਵੇ। ਇਕੱਲਾ ਇੱਕ ਪਹਿਲੂ ਨਹੀਂ ਲਿਆ ਜਾ ਸਕਦਾ ਤੇ ਤੁਸੀਂ ਮਿੱਥ ਕੇ ਕੋਈ ਜਾਂਚ ਨਹੀਂ ਕਰ ਸਕਦੇ ਵੀ ਮੈਂ ਉਸੇ ਪਾਸੇ ਜਾਣਾ ਹੈ। ਤੇ ਇਹੀ ਚੀਜ਼ਾਂ ਸਾਹਮਣੇ ਆਈਆਂ ਜਦੋਂ ਕਿ ਫਿਰ ਅਫਸਰਾਂ ਦੇ ਬਿਆਨਾਂ ਦੇ ਵਿੱਚ ਅਫਸਰਾਂ ਦੇ ਬਿਆਨ ਬਦਲੇ। ਇੱਕ FIR ਦੇ ਵਿੱਚ ਅਲੱਗ ਬਿਆਨ, ਦੂਸਰੇ 'ਚ ਅਲੱਗ ਬਿਆਨ। ਕਈ ਪੁਲਿਸ ਵਾਲਿਆਂ ਦੇ ਜਿਹੜੇ ਬਿਆਨ ਨਹੀਂ ਲਏ ਗਏ, ਜੋ ਕਿ ਬਾਅਦ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਸਫਾਈ ਦਿੱਤੀ ਵੀ ਉਹ ਬਿਆਨ ਨੂੰ ਦੂਸਰੀ FIR ਦੇ ਵਿੱਚ ਦਰਜ ਹੀ ਕਰਾਏ ਜਾਣ ਦੀ ਲੋੜ ਨਹੀਂ ਸੀ, ਲੇਕਿਨ ਕਿਉਂਕਿ ਉਹਨਾਂ ਦੇ ਵਿੱਚ ਭੇਦ ਸਨ ਤੇ ਇਸ ਦਾ ਫਾਇਦਾ ਅਕਿਊਜ਼ ਨੂੰ ਹੋਇਆ। ਸੋ ਇਹ ਪੂਰੀ ਗੱਲਬਾਤ ਸੀ ਕੋਟਕਪੂਰਾ ਦੀ ਉਹਨਾਂ ਚੌਂਕ ਦੀਆਂ ਫੁਟੇजेस ਬਾਰੇ। ਉਹ ਫੁਟੇजेस ਜੋ ਕਿ ਅਲੱਗ-ਅਲੱਗ ਕਹਾਣੀਆਂ, ਈਵਨ ਕੈਮਰੇ ਤੇ ਤਸਵੀਰਾਂ ਵੀ ਅਲੱਗ-ਅਲੱਗ ਕਹਾਣੀਆਂ ਬੋਲਦੀਆਂ ਨੇ। ਕਈ ਵਾਰ ਕੀ ਹੁੰਦਾ ਵੀ ਕੈਮਰਾ ਜਾਂ ਫੁਟੇਜ ਜਾਂ ਤਸਵੀਰ ਕੁਝ ਵੀ ਬੋਲ ਰਹੀ ਹੋਵੇ, ਲੇਕਿਨ ਉਹਨੂੰ ਵੇਖਣ ਵਾਲੀ ਨਜ਼ਰ ਕੀ ਸੋਚ ਰਹੀ ਹੈ ਜਾਂ ਸਾਡੇ ਜ਼ਿਹਨ ਦੇ ਵਿੱਚ ਕੀ ਹੈ, ਕੀ ਭਾਵ ਲੈ ਕੇ ਅਸੀਂ ਉਸ ਚੀਜ਼ ਨੂੰ ਦੇਖ ਰਹੇ ਹਾਂ। ਇੱਕ ਬਹੁਤ ਖੁੱਲ੍ਹੇ ਦਿਲ ਤੇ ਦਿਮਾਗ ਦੇ ਨਾਲ ਆਪਣੇ ਮਾਈਂਡ ਦੇ ਜਿਹੜੇ ਬਾਇਸਿਸ ਨੂੰ ਦੂਰ ਕਰਕੇ ਇਹ ਦੋਵੇਂ ਫੁਟੇजेस ਨੂੰ ਦੇਖ ਕੇ ਜਾਂ ਫਿਰ ਉਹਨਾਂ ਜਿਹੜੀ ਪੜਤਾਲੀਆਂ ਟੀਮਾਂ ਹੈਗੀਆਂ ਉਹਨਾਂ ਨੂੰ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਸ ਕੰਮ ਨੂੰ ਕਰਨਾ ਪੈਣਾ ਹੈ। ਉਸ ਦੀ ਆਸ ਵੀ ਹੈਗੀ ਹੈ। ਕੁੰਵਰ ਵਿਜੇ ਪ੍ਰਤਾਪ ਨੇ ਜੋ ਕੀਤਾ ਜਾਂ ਉਹਨਾਂ ਦੀ ਇੱਕ ਜਿਹੜੀ ਇੱਕ ਸਰਟਨ ਲੈਵਲ ਆਫ ਬੈਂਟ ਸੀ, ਇੱਕ ਝੁਕਾਅ ਸੀ, ਉਹ ਨਜ਼ਰ ਆਉਣਾ ਸ਼ੁਰੂ ਹੋ ਗਿਆ ਸੀ। ਸ਼ਾਇਦ ਇਹੀ ਕਾਰਨ ਸੀ ਵੀ ਉਹਨਾਂ ਦਾ ਜਿਹੜੀ ਰਿਪੋਰਟ ਜਾਂ ਉਹਨਾਂ ਦੀ ਸਿੱਟ ਗਿਰੀ। ਲੇਕਿਨ ਉਸ ਤੋਂ ਵੱਡੇ ਕਾਰਨ ਅਸੀਂ ਹਾਈ ਕੋਰਟ ਦੀ ਜਿਹੜੀ
ਆਰਡਰ ਦੇ ਵਿੱਚ ਕਮੀਆਂ ਖਾਮੀਆਂ ਜਿਹੜੀਆਂ ਹੈਗੀਆਂ ਨੇ ਉਹ ਤੁਹਾਡੇ ਸਾਹਮਣੇ ਜ਼ਾਹਰ ਕੀਤੀਆਂ ਨੇ। ਸੋ ਹਾਈ ਕੋਰਟ ਨੇ ਕਿਸ ਤਰੀਕੇ ਨਾਲ ਬਹੁਤ ਸੀ ਚੀਜ਼ਾਂ ਨੂੰ ਆਪਣੀ ਹੱਦਾਂ ਤੋਂ ਟੱਪ ਕੇ ਜਿਹੜੇ ਰਿਲੀਫ ਮੰਗੇ ਵੀ ਨਹੀਂ ਗਏ ਉਹ ਵੀ ਦਿੱਤੇ। ਸੋ ਉਹ ਹਾਈ ਕੋਰਟ ਦੇ ਸਵਾਲਾਂ ਦੇ ਉੱਤੇ ਹਾਈ ਕੋਰਟ ਦੇ ਜਿਹੜੇ ਮਨੋਰਥ ਹੈ ਉਸ ਉੱਤੇ ਵੀ ਬਹੁਤ ਸਵਾਲ ਖੜੇ ਕਰਦੇ ਨੇ। ਲੇਕਿਨ ਫਿਲਹਾਲ ਅੱਜ ਦੇ ਵੀਡੀਓ ਦੇ ਵਿੱਚ ਇਸ ਕੋਟਕਪੂਰੇ ਦੀ ਘਟਨਾ ਤੇ ਉਹਨਾਂ ਫੁਟੇਜਸ ਜਿਨ੍ਹਾਂ ਦਾ ਬਖਾਨ ਅੱਜ ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਹੋਰ तमाम ਲੀਡਰ ਕਰਦੇ ਨੇ। ਕਈ ਵਾਰ ਇਹ ਲੋਕਾਂ ਦੇ ਸਿਰਫ ਛੋਟੇ-ਮੋਟੇ ਬਰਾਉਨੀ ਪੁਆਇੰਟਸ ਨੇ, ਇਹਨਾਂ ਨੇ ਆਪਣੀ ਛੋਟੀ-ਮੋਟੀ ਸਿਆਸਤ ਕਰਨੀ ਹੈ, ਆਪਣੀ ਲੀਡਰੀ ਚਮਕਾਣੀ ਹੈ, ਉਸ ਦੇ ਲਈ ਇਹਨਾਂ ਮਨੋਰਥ ਹੁੰਦਾ ਹੈ ਫੁਟੇਜਸ ਨੂੰ ਦਿਖਾਉਣਾ, ਕਿਤੇ ਦਿਖਾਉਣਾ ਕੀ ਸਥਾਪਿਤ ਕਰਨਾ ਚਾਹੁੰਦੇ ਨੇ ਉਹ ਇਹਨਾਂ ਦੀ ਸਿਆਸਤ ਇਹ ਜਾਣਨ। ਲੇਕਿਨ ਸਾਡੀ ਤਾਂ ਕੋਸ਼ਿਸ਼ ਸੀ ਵੀ ਅਸੀਂ ਥੋੜ੍ਹੀ ਜਿਹੀ ਗਹਿਰਾਈ ਵਿੱਚ ਜਾ ਕੇ ਕੋਟਕਪੂਰੇ ਚੌਂਕ ਦੀ ਉਸ ਘਟਨਾ ਨੂੰ ਤੁਹਾਡੇ ਸਾਹਮਣੇ ਇੱਕ ਅਲੱਗ ਰੌਸ਼ਨੀ ਵਿੱਚ ਰੱਖੀਏ, ਜੋ ਕਿ ਮੈਂ ਕੋਸ਼ਿਸ਼ ਕੀਤੀ ਤੇ ਉਮੀਦ ਕਰਾਂਗੇ ਤੁਹਾਨੂੰ ਕੁਝ ਨਵੇਂ ਪੁਆਇੰਟਸ ਸਮਝਣ ਨੂੰ ਸੋਚਣ ਨੂੰ ਮਿਲੇ ਹੋਣਗੇ। ਇਸ YouTube ਚੈਨਲ ਨਾਲ ਬਣੇ ਰਹੋ। ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਪੂਰੇ ਵੀਡੀਓ ਨੂੰ ਦੇਖਣ ਲਈ, ਤੇ ਆਪਣੇ ਦੋਸਤਾਂ ਨਾਲ, ਸਾਥੀਆਂ ਨਾਲ, ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰੋ ਜੇ ਤੁਹਾਨੂੰ ਠੀਕ ਲੱਗੇ ਹੋਣ।